ਤੁਹਾਨੂੰ ਜਦੋਂ ਸੁਣਨ ਨੂੰ ਮਿਲਿਆ ਕਿ ਭਾਈ ਬਲਵਿੰਦਰ ਸਿੰਘ ਜਟਾਣਾ ਉਹਨਾਂ ਦਾ ਜ਼ਿਕਰ ਗਾਣੇ ਦੇ ਵਿੱਚ ਹੋਇਆ? ਬਹੁਤ ਚੰਗਾ ਲੱਗਾ ਜੀ। ਬੜਾ ਮਾਣ ਮਹਿਸੂਸ ਹੋ ਰਿਹਾ ਭੈਣ ਨੂੰ ਇੱਕ ਨੂੰ ਆਪਣੇ ਭਰਾ ਤੇ। ਸੋਚਦੀ ਹਾਂ ਵੀ ਕਾਸ਼ ਅੱਜ ਹੁੰਦਾ। ਕਿਵੇਂ ਹੱਸਦਾ ਵਸਦਾ ਪਰਿਵਾਰ ਸੀ ਔਰ ਕਿਵੇਂ ਇੱਕੋ ਦਮ ਸਭ ਕੁਝ ਤਬਾਹ ਹੋ ਜਾਂਦਾ? ਸਾਰੇ ਭੈਣ ਭਾਈਆਂ ਦੇ ਵਿੱਚੋਂ ਵੀ ਮੈਨੂੰ ਜ਼ਿਆਦਾ ਸੁਭਾਅ ਪੈਦਾ ਹੋਇਆ ਉਹਦੇ ਨਾਲ ਰਹਿਣ ਦਾ। ਤਕਰੀਬਨ 84 ਵਿੱਚ ਮੇਰਾ ਵਿਆਹ ਹੋ ਜਾਂਦਾ, 86 ਵਿੱਚ ਉਹ ਚਲੇ ਜਾਂਦਾ। ਲਹਿਰ ਦੇ ਨਾਲ ਕਿਵੇਂ ਜੁੜਦੇ ਨੇ, ਕਿਵੇਂ ਲਹਿਰ ਦੇ ਨਾਲ ਜੁੜ ਕੇ ਉਹਨਾਂ ਦੇ ਵੱਲੋਂ ਲਹਿਰ ਵਾਸਤੇ ਕੰਮ ਕੀਤਾ ਜਾਂਦਾ? ਘਰ ਦੇ ਨੇ ਪੁੱਛਿਆ ਜਦੋਂ ਫਿਰ ਆਇਆ ਉਹ ਬਈ ਕਿਆ ਗੱਲ ਵੀ ਪੁਲਿਸ ਕਿਉਂ ਆਈ ਆ। ਫਿਰ ਉਹ ਕਹਿੰਦਾ ਵੀ ਮੈਂ ਹੁਣ ਘਰ ਨਹੀਂ ਰਹਿਣਾ ਹੈਗਾ, ਵੀ ਚਾਹੇ ਤੁਸੀਂ ਮੈਨੂੰ ਹੁਣ ਜੇ ਰੱਖੋਗੇ ਵੀ ਮੈਨੂੰ ਮਾਰ ਤਾਂ ਦੇਣਾ ਹੀ ਆ, ਵੀ ਮੈਂ ਨਹੀਂ ਹੁਣ ਘਰ ਰਹਿਣਾ ਹੈਗਾ। ਤੇ ਪਿਤਾ ਹੀ ਕਹਿਣ ਲੱਗੇ ਵੀ ਚਲੋ ਤੇਰੀ ਮਰਜ਼ੀ ਆ, ਬਈ ਅਸੀਂ ਤਾਂ ਵੀ ਤੈਨੂੰ ਕੁਛ ਨਹੀਂ ਕਹਿੰਦੇ ਹੈਗੇ। ਹੁਣ ਬਈ ਜੇ ਚੱਲੇ ਆ ਪੈਰ ਪੱਟਿਆ ਫਿਰ ਕਲੰਕ ਨਾ ਲਵਾਈ ਸਾਨੂੰ। ਇੱਕ ਬਾਪ ਦੇ ਵਾਸਤੇ ਇੰਨੀ ਗੱਲ ਕਰਨੀ ਔਖੀ। ਬਿਲਕੁਲ ਪੂਰਾ ਉਤਰਿਆ, ਕੋਈ ਇਹੋ ਜਿਹੀ ਉਹ ਨਹੀਂ ਹੋਈ। ਆਪਣੇ ਹੱਕਾਂ ਵਾਸਤੇ ਹੀ ਲੜਦਾ ਰਿਹਾ, ਕਦੇ ਕੋਈ ਘਰ ਵਾਸਤੇ ਨਹੀਂ, ਕਦੇ ਉਹ ਨਹੀਂ ਕਿਸੇ ਨੂੰ ਇਹ ਨਹੀਂ ਕਿਹਾ ਹੈਗਾ ਘਰ ਵਾਸਤੇ ਵੀ ਮੈਂ ਆਪਣਾ ਘਰ ਨੂੰ ਦੇਵਾਂ ਜਾਂ ਹੋਰ ਕਰਾਂ। ਘਰ ਨੂੰ ਦੇ ਵਿੱਚ ਆ ਕੇ ਗੋਲੀਆਂ ਚਲਾਈਆਂ ਜਾਂਦੀਆਂ ਨੇ, ਫਿਰ ਘਰ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਉਹ ਦਿਨ ਕਿਹੜਾ ਸੀਗਾ? ਉਦੋਂ ਤੁਸੀਂ ਕਿੱਥੇ ਸੀ? ਮਾਸੀ ਨੇ ਤਾਂ ਸਾਡੇ ਦਰਵਾਜ਼ਾ ਖੋਲ੍ਹਿਆ, ਉਹਨਾਂ ਨੂੰ ਖੋਲ੍ਹਦੀ ਸਾਰੇ ਗੋਲੀਆਂ ਮਾਰਤੀਆਂ। ਤੇ ਗੋਲੀ ਦੀ ਆਵਾਜ਼ ਸੁਣ ਕੇ ਮੇਰੀ ਦਾਦੀ ਮਤਲਬ ਇਸ ਤਰ੍ਹਾਂ ਬੈੱਡ ਪਰ ਬੈਠ ਗਈ, ਬੈੱਡ ਪਰ ਇਸ ਤਰ੍ਹਾਂ ਨਾਲ ਤਾਕੀ ਤੀ, ਜਿਵੇਂ ਆਹ ਤਾਕੀ ਹੈ, ਤਾਕੀ ਮਤਲਬ ਕੋਲ ਐ ਬੈੱਡ ਡਾਇਆ ਵਾ ਉਹ ਇੱਦਾਂ ਨਾਲ ਬੈਠੀ ਆ। ਉਹਨੂੰ ਉੱਥੇ ਹੀ ਗੋਲੀ ਮਾਰਤੀ। ਤੇ ਨਾਲ ਦੇ ਬੈੱਡ ਪਰ ਮੇਰੀ ਭੈਣ ਔਰ ਉਹ ਮੇਰਾ ਬੇਟਾ ਪਿਆ ਸੀ। ਬੇਟਾ ਤਾਂ ਮੇਰਾ ਮਤਲਬ ਬੱਚਾ ਤਾਂ ਛੋਟਾ, ਉਹਨੂੰ ਵੀ ਉੱਥੇ ਉਹ ਗੋਲੀ ਮਾਰਤੀ ਬੈੱਡ ਪਰ ਪਏ ਨੂੰ। ਤੇ ਭੈਣ ਮੇਰੀ ਉੱਠ ਕੇ ਜਦੋਂ ਮਤਲਬ ਆਵਾਜ਼ ਸੁਣੀ ਆ ਮੇਰੀ ਮਾਸੀ ਦੀ, ਉਹ ਉੱਠੀ ਆ ਤੇ ਉੱਠ ਕੇ ਮਤਲਬ ਜਦੋਂ ਦੇਖਣ ਲੱਗੀ ਆ ਉਹਦੇ ਇੱਥੇ ਤੇ ਇਹ ਬਾਲ ਉੱਪਰ ਉੱਠੇ ਵੇ ਤੇ ਇੱਦਾਂ ਲੱਗਦਾ ਤਾਂ ਮਤਲਬ ਬਾਲ ਉੱਠੇ ਹੋਏ ਹੁੰਦੇ ਵੀ ਜਿਵੇਂ ਇੱਥੇ ਬਾਲਾਂ 'ਤੇ ਫੜ ਕੇ ਨਾ ਇੱਥੇ ਗੋਲੀ ਮਾਰੀ ਹੋਈ ਸੀ। ਮਾਰਨ ਤੋਂ ਬਾਅਦ ਸਾਡੇ ਇੱਕ ਕਮਰੇ 'ਚ ਬਿਸਤਰੇ ਪਏ ਤੇ ਉਹ ਸਾਰੇ ਬਿਸਤਰੇ ਉੱਪਰ ਸਿੱਟਤੇ ਬੈੱਡ ਦੇ, ਜਿਹਦੇ ਵਿੱਚ ਮੇਰਾ ਬੇਟਾ ਤਾਂ ਮਤਲਬ ਦੱਬੇ ਹੀ ਗਿਆ। ਮਤਲਬ ਬੇਟਾ ਤਾਂ ਮੇਰਾ ਬਿਲਕੁਲ ਹੀ ਸੜ ਗਿਆ, ਤਾਂ ਮਤਲਬ ਉਹ ਤਾਂ ਇਸ ਤਰ੍ਹਾਂ ਹੀ ਮਤਲਬ ਉਹ ਕਰਿਆ, ਇਕੱਠਾ ਕਰਿਆ। ਸਾਰ ਬਹੁਤ ਜ਼ਿਆਦਾ ਸੀ ਲੋਕਾਂ ਦੇ, ਜਿਨ੍ਹਾਂ ਦੇ ਘਰਾਂ ਦੇ ਵਿੱਚ ਘਰੇਲੂ ਮਸਲੇ ਹੁੰਦੇ ਸੀ ਉਹ ਵੀ ਹੱਲ ਕਰਾ ਦਿੰਦੇ ਸੀਗੇ। ਬਹੁਤੀ ਕੁੜੀਆਂ ਦੇ ਜ਼ਿੰਦਗੀਆਂ ਵਸਾਈਆਂ। ਬਹੁਤ ਸਾਰੀਆਂ ਸੰਸਕਾਰ 'ਤੇ ਆਈਆਂ ਹੋਈਆਂ ਭੈਣਾਂ ਕਹਿੰਦੀਆਂ ਤੇ ਹਾਂ ਸਾਡਾ ਵੀਰ ਚਲੇ ਗਿਆ ਇਸ ਟਾਈਮ, ਚਲੋ ਅਸੀਂ ਤਾਂ ਕਰਨਾ ਹੀ ਸੀ। ਉਹ ਵੀ ਰੋਂਦੀਆਂ ਸੀ ਵੀ ਸਾਡੀ ਜ਼ਿੰਦਗੀ ਆ ਜਿਹੜੀ ਇਹ ਉਹਦੀ ਵਸਾਈ ਵੀ ਜ਼ਿੰਦਗੀ ਆ, ਸਾਡਾ ਘਰ ਵਿੱਚ ਕੋਈ ਉਹ ਨਹੀਂ ਤਾਂ ਇੰਨਾ ਮਤਲਬ। ਤੁਸੀਂ ਜ਼ਿਕਰ ਕੀਤਾ ਚਰਨਜੀਤ ਚੰਨਾ ਨਾਲ ਕਾਫੀ ਨੇੜਤਾ ਸੀਗੀ ਭਾਈ ਸਾਹਿਬ ਉਹਨਾਂ ਦੀ। ਵੀ ਜਿਸ ਦਿਨ ਮਤਲਬ ਮੁਕਾਬਲਾ ਹੋਇਆ ਵੀ ਚੰਨੇ ਦੇ ਮਤਲਬ ਸੱਟ ਲੱਗ ਗਈ ਤੀ ਤੇ ਚੰਨੇ ਨੇ ਕਿਹਾ ਵੀ ਤੂੰ ਚਲੇ ਜਾ ਵੀ ਛੱਡ ਕੇ ਮੰਨੋ, ਤਾਂ ਕਹਿੰਦੇ ਵੀ ਬਲਵਿੰਦਰ ਨੇ ਕਿਹਾ ਵੀ ਨਹੀਂ ਜੇ ਸ਼ਹੀਦੀ ਪਾਉਣੀ ਆ ਤਾਂ ਇਕੱਠਿਆਂ ਨੇ ਪਾਉਣੀ ਆ, ਵੀ ਨਹੀਂ ਮੈਂ ਨਹੀਂ ਭਰਾ ਮਾਰ ਨਹੀਂ ਕਰਨੀ ਹੈਗੀ ਵੀ ਤੈਨੂੰ ਛੱਡ ਕੇ ਚਲੇ ਜਾਊਂ ਮੈਂ ਆਪਣੀ ਜ਼ਿੰਦਗੀ ਉਹ ਕਰ ਲਵਾਂ ਨਾ, ਇਹ ਨਹੀਂ। ਜੇ ਬਚ ਗਏ ਪਰਮਾਤਮਾ ਦੇ ਹੱਥ ਤਾਂ ਦੋਏ ਬਚੂਗੇ ਤੇ ਨਹੀਂ।
ਨਾ ਕੀ ਸੋਚਿਆ ਸੀ ਬਲਵਿੰਦਰ ਦਾ, ਜੇ ਬਲਵਿੰਦਰ ਹੋਣੀ, ਭਾਈ ਸਾਹਿਬ ਹੋਣੀ ਇਸ ਲਹਿਰ ਦੇ ਵਿੱਚ ਨਾ ਜੁੜਦੇ ਤਾਂ ਕੀ ਲੱਗਦਾ ਸੀ, ਕਿਹੜੇ ਕਰੀਅਰ ਨੂੰ ਉਹ ਆਪਟ ਕਰ ਸਕਦੇ ਸੀ? ਨਾ ਜੁੜਿਆ ਹੁੰਦਾ ਵੀ ਸਾਡਾ ਪਿਓ ਕੇ ਆਉਣਾ ਜਾਣਾ ਬਣਿਆ ਰਹਿੰਦਾ। ਅਸੀਂ ਕਦੇ ਜਾਂਦੇ ਘਰ ਵਿੱਚ, ਕਦੇ ਰਹਿੰਦੇ, ਕਦੇ ਹੋਰ ਹੁੰਦੇ। ਦੂਸਰੇ ਕੌਣ ਕਰਦਾ ਜੀ? ਕੋਈ ਨਹੀਂ। ਦਿਲ ਤਾਂ ਕਰੇ ਹੁੰਦਾ ਹੈ ਜੀ, ਇਹ ਤਾਂ ਮੋਹ ਮਾਇਆ ਹੈ ਜੀ, ਜਿੱਥੇ ਆਪਾਂ ਪਲੇ ਆ ਕਰੇ। ਜਿਹੜੀ ਇੱਕ ਪਿੰਡ ਦੀ ਕਹਿੰਦੇ ਹੁੰਦੀ ਆ, ਆਪਣੇ ਪੇਕੇ ਘਰ ਦੀ ਮੋਹ ਮਾਇਆ ਹੁੰਦੀ ਆ ਨਾ, ਉਹ ਬੰਦੇ ਨੂੰ ਆਖਰੀ ਟਾਈਮ ਤੱਕ ਖਿੱਚ ਪਾਉਂਦੀ ਆ, ਖਿੱਚਦੀ ਆ। ਅੱਜ ਵੀ ਬਹੁਤ ਵਾਰ ਦਿਲ ਕਰਦਾ ਵੀ ਜਾਈਏ, ਕੌਣ ਹੈ ਕੌਣ ਨਹੀਂ ਹੈ ਪਤਾ ਕਰੀਏ, ਪਰ ਹੁਣ ਤਾਂ ਬਹੁਤ ਸਾਰੇ ਮਤਲਬ ਨਵੀਂ ਪੀੜ੍ਹੀ ਆ ਜਿਹੜੀ, ਉਹ ਤਾਂ ਜਾਣਦੀ ਵੀ ਨਹੀਂ ਹੋਣੀ ਮੈਨੂੰ। 8 ਅਪ੍ਰੈਲ 1982 ਜਦੋਂ ਇੰਦਰਾ ਗਾਂਧੀ ਦੇ ਵੱਲੋਂ SYL ਕਨਾਲ ਦਾ ਟੱਕ ਲਗਾਇਆ ਗਿਆ ਸੀ ਤੇ ਬਰਨਾਲਾ ਸਰਕਾਰ ਦੇ ਵੱਲੋਂ ਉਸ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਤੇ ਜੇ ਉਸ ਵਕਤ ਭਾਈ ਬਲਵਿੰਦਰ ਸਿੰਘ ਜਟਾਣਾ ਨਾ ਹੁੰਦੇ ਤਾਂ ਅੱਜ ਜੋ SYL ਕਨਾਲ ਦੇ ਵਿੱਚ ਡੇਕਾਂ ਨਜ਼ਰ ਆਉਂਦੀਆਂ ਨੇ ਉਹ ਸ਼ਾਇਦ ਨਾ ਹੁੰਦੀਆਂ ਔਰ ਉੱਥੇ ਅੱਜ ਪਾਣੀ ਵਗਦਾ ਹੋਇਆ ਨਜ਼ਰ ਆਉਣਾ ਸੀ। ਸਿੱਧੂ ਮੂਸੇਵਾਲਾ ਦੇ ਗੀਤ ਦੇ ਵਿੱਚ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਹੋਇਆ, ਜਿਸ ਦੇ ਵਿੱਚ ਉਹਨਾਂ ਨੇ ਗੱਲ ਕਹੀ ਹੈ ਕਿ ਕਲਮ ਰੁਕੂਗੀ ਨਹੀਂ ਔਰ ਜੇ ਹਾਲਾਤ ਇਸੇ ਤਰੀਕੇ ਨਾਲ ਚੱਲਦੇ ਰਹੇ ਤਾਂ ਭਾਈ ਬਲਵਿੰਦਰ ਸਿੰਘ ਜਟਾਣਾ ਵਰਗਿਆਂ ਨੂੰ ਦੁਬਾਰਾ ਆਉਣਾ ਪਊਗਾ। ਭਾਈ ਬਲਵਿੰਦਰ ਸਿੰਘ ਜਟਾਣਾ ਕੌਣ ਨੇ, ਕੀ ਉਹਨਾਂ ਦਾ SYL ਦੇ ਨਾਲ ਨਾਤਾ ਰਿਹਾ ਔਰ ਕਿਵੇਂ ਪਰਿਵਾਰ ਨੇ ਵੱਡਾ ਦੁੱਖ ਸੰਤਾਪ ਹੰਢਾਇਆ, ਉਹ ਜਾਣਨ ਦੇ ਲਈ ਅੱਜ ਅਸੀਂ ਉਹਨਾਂ ਦੇ ਭੈਣ ਜੀ ਉਹਨਾਂ ਦੇ ਘਰ ਪਹੁੰਚੇ ਹਾਂ। ਭੈਣ ਜੀ ਉਹਨਾਂ ਨੇ ਵੀ ਵੱਡਾ ਦੁੱਖ ਝੱਲਿਆ। ਹਾਲਾਤ ਘਰ ਦੇ ਵੇਖ ਕੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਜ਼ਿੰਦਗੀ ਬਤੀਤ ਕਰ ਰਹੇ ਨੇ, ਕਿਹੜੇ ਹਾਲਾਤਾਂ ਦੇ ਵਿੱਚ ਹੁਣ ਉਹਨਾਂ ਦੀ ਜ਼ਿੰਦਗੀ ਹੈ ਔਰ ਉਦੋਂ ਕੀ ਕੁਝ ਤਸ਼ੱਦਦ ਉਹਨਾਂ ਦੇ ਉੱਤੇ ਢਾਇਆ ਗਿਆ ਸੀ। ਗੱਲਬਾਤ ਕਰਾਂਗੇ ਭੈਣ ਜੀ ਉਹਨਾਂ ਦੇ ਨਾਲ ਔਰ ਭਾਈ ਬਲਵਿੰਦਰ ਸਿੰਘ ਜਟਾਣਾ ਉਹਨਾਂ ਦੀ ਜ਼ਿੰਦਗੀ ਬਾਰੇ ਵੀ ਹੋਰ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ। ਅੰਦਰ ਚੱਲਦੇ ਹਾਂ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਅੱਜ ਜਿਸ ਤਰੀਕੇ ਦੇ ਨਾਲ ਭਾਈ ਬਲਵਿੰਦਰ ਸਿੰਘ ਜਟਾਣਾ ਉਹਨਾਂ ਦਾ ਜ਼ਿਕਰ ਸੋਸ਼ਲ ਮੀਡੀਆ ਹੋਵੇ ਜਾਂ ਫਿਰ ਗੂਗਲ ਹੋਵੇ, ਹਰ ਜਗ੍ਹਾ ਦੇ ਉੱਤੇ ਜ਼ਿਕਰ ਭਾਈ ਬਲਵਿੰਦਰ ਸਿੰਘ ਜਟਾਣਾ ਉਹਨਾਂ ਦਾ ਹੋ ਰਿਹਾ, ਤਾਂ ਅਸੀਂ ਵੀ ਸੋਚਿਆ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਾਵੇ। ਤਾਂ ਪਤਾ ਚੱਲਿਆ ਕਿ ਭੈਣ ਜੀ ਹੋਣੀ ਤੁਸੀਂ ਇੱਥੇ ਰਹਿੰਦੇ ਹੋ। ਸਭ ਤੋਂ ਪਹਿਲਾਂ ਤਾਂ ਕਿਵੇਂ ਅੱਜ ਤੁਹਾਨੂੰ ਲੱਗ ਰਿਹਾ, ਜਦੋਂ ਤੁਸੀਂ ਵੀ ਸੁਣਿਆ ਹੋਊਗਾ ਗੀਤ ਸਿੱਧੂ ਮੂਸੇਵਾਲੇ ਦਾ, ਤੁਹਾਨੂੰ ਜਦੋਂ ਸੁਣਨ ਨੂੰ ਮਿਲਿਆ ਕਿ ਭਾਈ ਬਲਵਿੰਦਰ ਸਿੰਘ ਜਟਾਣਾ ਉਹਨਾਂ ਦਾ ਜ਼ਿਕਰ ਗਾਣੇ ਦੇ ਵਿੱਚ ਹੋਇਆ? ਬਹੁਤ ਚੰਗਾ ਲੱਗਿਆ ਜੀ, ਬੜਾ ਮਾਣ ਮਹਿਸੂਸ ਹੋ ਰਿਹਾ ਭੈਣ ਨੂੰ, ਇੱਕ ਨੂੰ ਆਪਣੇ ਭਰਾ। ਸੋਚਦੀ ਹਾਂ ਵੀ ਕਾਸ਼ ਅੱਜ ਹੁੰਦਾ, ਸੋਚਦਾ। ਰਿਸ਼ਤਾ ਇੱਕ ਬਹੁਤ ਪਵਿੱਤਰ ਰਿਸ਼ਤਾ ਹੁੰਦਾ ਹੈ। ਬਹੁਤ ਸਾਰੇ ਸੁਪਨੇ ਭੈਣ ਦੇ ਹੁੰਦੇ ਨੇ, ਭਰਾ ਦੇ ਹੁੰਦੇ ਨੇ, ਤੁਹਾਡੇ ਵੀ ਉਹ ਸੁਪਨੇ ਹੋਣਗੇ। ਕਿਵੇਂ ਦੀ ਜ਼ਿੰਦਗੀ ਸੀਗੀ? ਥੋੜ੍ਹੀ ਜ਼ਿੰਦਗੀ ਬਾਰੇ ਸਾਨੂੰ ਜਾਣਕਾਰੀ ਦਿਓ, ਸਾਂਝ ਪਾਓ। ਕਿਵੇਂ ਹੱਸਦਾ ਵਸਦਾ ਪਰਿਵਾਰ ਸੀ ਔਰ ਕਿਵੇਂ ਇੱਕੋ ਦਮ ਸਭ ਕੁਝ ਤਬਾਹ ਹੋ ਜਾਂਦਾ? ਮੈਨੂੰ ਸਾਰੇ ਭੈਣ ਭਾਈਆਂ ਦੇ ਵਿੱਚੋਂ ਵੀ ਮੈਨੂੰ ਜ਼ਿਆਦਾ ਸੁਭਾਅ ਪੈਦਾ ਹੋਇਆ ਉਹਦੇ ਨਾਲ ਰਹਿਣ ਦਾ। ਤਕਰੀਬਨ 84 ਵਿੱਚ ਮੇਰਾ ਵਿਆਹ ਹੋ ਜਾਂਦਾ, 86 ਵਿੱਚ ਉਹ ਚਲੇ ਜਾਂਦਾ। ਅਤੇ ਸਭ ਤੋਂ ਜ਼ਿਆਦਾ ਜ਼ਿੰਦਗੀ ਮੈਂ ਹੀ ਉਹਦੇ ਨਾਲ ਗੁਜ਼ਾਰੀ ਆ ਭੈਣ ਭਰਾਵਾਂ ਵਿੱਚ। ਅਤੇ ਅਸੀਂ ਲੜ ਵੀ ਲੈਂਦੇ ਅਤੇ ਬੋਲਦੇ ਵੀ, ਅਤੇ ਮਤਲਬ ਕੋਈ ਐਦਾਂ ਮਤਲਬ ਹੁੰਦੀ ਆ ਜਿਵੇਂ ਨੋਕ ਝੋਕ ਭੈਣ ਭਰਾਵਾਂ ਦੀ, ਕੋਈ ਐਡੀ ਕੋਈ ਉਹ ਨਹੀਂ ਹੋਣੀ। ਪ੍ਰੇਮ ਵੀ ਬਹੁਤ ਆ ਸਾਡਾ ਭੈਣ ਭਰਾਵਾਂ ਦਾ।
ਜਿਵੇਂ ਮੈਂ ਸਿਲਾਈ ਦਾ ਕੰਮ ਕਰਦੀ ਸੀ, ਮੈਨੂੰ ਉਹਨੇ ਇੱਕ ਕਿਤਾਬ ਲਿਆ ਕੇ ਦਿੱਤੀ। ਮੈਨੂੰ ਕਹਿੰਦਾ ਵੀ ਮੈਂ ਤੈਨੂੰ ਨਾ ਇੱਕ ਕਿਤਾਬ ਲਿਆ ਕੇ ਦਵਾਂਗਾ, ਬਈ ਉਹ ਦੇਖ ਕੇ ਤੂੰ ਸਿਲਾਈ ਕਰੀ, ਬਈ ਹੋਰ ਤੈਨੂੰ ਸਿੱਖਣ ਨੂੰ ਮਿਲ ਜਾਣਾ। ਅੱਛਾ ਇੰਨਾ ਵੀ ਤਾਂ ਨਾ, ਫਿਰ ਮੈਨੂੰ ਕਹਿ ਦਿੰਦਾ ਵੀ ਚੱਲ ਮੇਰੇ ਸੀਤੇ ਹੋਏ ਕੱਪੜੇ ਜਦੋਂ ਕਿ ਮੈਂ ਸਿੱਖ ਕੇ ਜੇ ਮਤਲਬ ਇੰਨੇ ਉਹ ਨਹੀਂ ਤੇ ਮੇਰੇ ਸਿੱਖੇ ਹੋਏ ਕੱਪੜੇ ਵੀ ਪਾ ਲੈਂਦਾ ਸੀ, ਕੀ ਮਤਲਬ ਸੀਤੇ ਹੋਏ ਪਾ ਲੈਣੇ ਆ। ਮਤਲਬ ਕੋਈ ਐਡੀ ਉਹ ਵੀ ਨਹੀਂ ਦੀ ਹੈਗੀ ਉਹਨਾਂ ਵਿੱਚ ਵੀ ਮੈਂ ਕਿਆ ਹੈ ਤੇ ਕਿਆ ਨਹੀਂ। ਮਤਲਬ ਬਹੁਤ ਭਰਾ ਵਾਸਤੇ ਕੱਪੜੇ ਤੁਸੀਂ ਵੀ ਸੀਂਦੇ ਰਹੇ, ਉਹ ਤੁਹਾਡੇ ਸੀਤੇ ਹੋਏ ਕੱਪੜੇ ਪਾਉਂਦੇ ਸੀ। ਹੁੰਦਾ ਸੀ ਕੁੜਤਾ ਪਜਾਮਾ ਮੈਂ ਸੀ ਦੇਣਾ, ਪਾ ਲੈਣਾ ਬੜੇ ਉਹਦੇ ਨਾਲ। ਵੈਸੇ ਵੀ ਮੈਂ ਘਰ ਦੇ ਕੁੜਤੇ ਪਜਾਮੇ ਆਪਣੇ ਫਾਦਰ ਦੇ ਕਾ ਹੋਰ ਦੇ ਮੈਂ ਹੀ ਸੀ ਲੈਂਦੀ ਤੀ। ਮਤਲਬ ਸੂਟ ਤਾਂ ਭਲਾ ਚਲੋ ਸੀਂਦੇ ਹੀ ਤੇ ਪਾ ਲੈਂਦਾ ਸੀ, ਕੋਈ ਉਹ ਨਹੀਂ ਸੀ ਹੁੰਦਾ ਮਤਲਬ ਵੀ ਨਹੀਂ ਉਹ ਕਰਨੇ ਹੈਗੇ ਬੜੇ ਉਹਦੇ ਨਾਲ। ਪੜ੍ਹਾਈ ਦੇ ਵਿੱਚ ਕਿਸ ਤਰੀਕੇ ਸੀ? ਐਮਏ ਇੰਗਲਿਸ਼ ਕਰ ਰਹੇ ਸੀਗੇ? ਮਤਲਬ ਪਹਿਲਾਂ ਮੇਰੇ ਪਿਤਾ ਜੀ ਕਿਸਾਨਾਂ ਕੰਮ ਕਰਦੇ ਤੇ ਨਾ, ਭੈਰੋਂ ਮਾਜਰਾ ਇੱਕ ਪਿੰਡ ਆ ਸਾਡੇ ਨਾਲ ਹੀ ਜਟਾਣੇ ਦੇ, ਉੱਥੇ ਦੇ ਲੋਕ ਆਏ ਤੇ ਸਾਡੇ ਮੇਰੇ ਪਿਤਾ ਜੀ ਨੂੰ ਲੈ ਗਏ ਵੀ ਤੁਸੀਂ ਇੱਥੇ ਕਿਸਾਨਾਂ ਕੰਮ ਕਰੋ। ਫਿਰ ਉੱਥੇ ਜਦੋਂ ਅਸੀਂ ਗਏ ਆ ਤੇ ਪਿਤਾ ਜੀ ਮਤਲਬ ਸਾਨੂੰ ਵੀ ਨਾਲ ਹੀ ਲੈ ਗਏ। ਉਹਨਾਂ ਨੇ ਸਾਨੂੰ ਜਗ੍ਹਾ ਦੇ ਦਿੱਤੀ ਰਹਿਣ ਵਾਸਤੇ, ਕਮਰੇ ਦਿੱਤੇ। ਮਤਲਬ ਅਸੀਂ ਪਿਤਾ ਜੀ ਨੇ ਆਪ ਬਣਾ ਲਏ ਆ, ਮਤਲਬ 2 ਕਮਰੇ ਆਪ ਬਣਾ ਲਏ, ਅਸੀਂ ਉੱਥੇ ਰਹਿੰਦੇ ਰਹੇ ਹਾਂ। ਅਤੇ ਮਾਤਾ ਜੀ ਮੇਰੇ ਥੋੜ੍ਹੇ ਜਿਹੇ ਮਤਲਬ ਮੰਮੀ ਮੇਰੇ ਮਤਲਬ ਬਿਮਾਰ ਜਿਹੇ ਰਹਿੰਦੇ ਤੇ ਉਹਨਾਂ ਨੂੰ ਟੀਵੀ ਸੀ, ਮਤਲਬ ਬਿਮਾਰ ਰਹਿਣ ਕਰਕੇ ਉਹ ਇੰਨਾ ਜ਼ਿਆਦਾ ਕੰਮ ਕਾਰ ਤਾਂ ਕਰ ਨਹੀਂ ਤੇ ਸਕਦੇ, ਮਤਲਬ ਰੱਖ ਲੈਂਦੇ ਤੇ ਮਤਲਬ ਇੱਦਾਂ ਮੱਝ ਰੱਖੀ ਵੀ ਤੀ, ਮਤਲਬ ਉੱਦਾਂ ਕਾਕੰਡਾ ਮਤਲਬ ਲੈ ਕੇ ਆਉਣੇ ਨੂੰ ਮਤਲਬ ਹੋਰ ਰੱਖਿਆ ਵਾ। ਤਾਂ ਪਿਤਾ ਜੀ ਮੇਰੇ ਕਿਸਾਨਾਂ ਕੰਮ ਕਰਨ ਕਰਕੇ ਮਤਲਬ ਕਿ ਉੱਥੇ ਉਹ ਫਿਰ ਪੱਕੇ ਹੀ ਲਾਗੇ ਤੇ ਰਹਿਣ। ਜਿਹੜੀ ਉੱਥੇ ਪੜ੍ਹਾਈ ਜਦੋਂ ਮੈਂ ਪੜ੍ਹਨ ਲੱਗੀ ਹਾਂ, ਮੈਂ ਉੱਥੇ ਭੈਰੋਂ ਮਾਜਰੇ 'ਤੇ ਹੀ ਲੱਗੀ ਪੜ੍ਹਨ, ਅਤੇ ਮੇਰੇ ਨਾਲ ਹੀ ਬਲਵਿੰਦਰ ਚਲੇ ਜਾਂਦਾ ਸੀ। ਅਤੇ ਦੂਸਰੀ 'ਚ ਪੜ੍ਹਦੀ ਸੀ ਜਦੋਂ ਮੇਰੀ ਮਾਤਾ ਦੀ ਡੈਥ ਹੋਈ ਆ। ਫਿਰ ਅਸੀਂ ਡੈਥ ਤੋਂ ਬਾਅਦ ਪਿੰਡ ਆ ਗਏ ਹਾਂ, ਅਤੇ ਪਿੰਡ ਆ ਕੇ ਮਤਲਬ ਮੇਰਾ ਨਾਂ ਦਾਖਲ ਕਰਵਾਇਆ ਪਿਤਾ ਜੀ ਨੇ, ਅਤੇ ਬਲਵਿੰਦਰ ਦਾ ਵੀ ਨਾਂ ਦਾਖਲ ਕਰਵਾਤਾ। ਅਤੇ ਜਦੋਂ ਉਹ ਭੈਰੋਂ ਮਾਜਰੇ ਸੀ ਜਾਂਦੇ ਅਸੀਂ, ਉੱਧਰ ਤਾਂ ਮਤਲਬ ਮੇਰੇ ਕੋਲੇ ਬਹਿੰਦਾ ਹੁੰਦਾ ਸੀ। ਫਿਰ ਇੱਥੇ ਆ ਕੇ ਕਹੀ ਲੱਗ ਗਿਆ ਪਿਤਾ ਜੀ ਨੂੰ ਕਹਿਣ ਵੀ ਮੈਂ ਨਾ ਇਹਦੇ ਮਤਲਬ ਨਾਂ ਹੀ ਲੈਂਦੇ ਹੁੰਦੇ ਤੇ ਅਸੀਂ ਛੋਟੇ ਹੁੰਦੇ ਇੱਕ ਦੂਜੇ ਦਾ। ਕਹਿੰਦਾ ਤਾਂ ਮੈਂ ਸਿੰਦਰ ਦੇ ਬਰਾਬਰ, ਤਾਂ ਤੁਸੀਂ ਮੈਨੂੰ ਪਿੱਛੇ ਕਰਾਤਾ, ਤੁਸੀਂ ਮੈਨੂੰ ਫੇਲ ਕਰਾ ਜਾਂਦਾ, ਮੈਂ ਪਾਸ ਤਾਂ ਮੈਂ ਤਾਂ ਸਗੋਂ ਹੀ ਤੇ ਅੱਗੇ ਲੰਘ ਜਾਣਾ ਤਾ। ਮਤਲਬ ਉੱਦਾਂ ਮਤਲਬ ਬੱਚਿਆਂ ਦੀ ਉਹ ਹੁੰਦੀ ਤੀ। ਮਤਲਬ ਉਹਨੇ ਮਤਲਬ ਸਕੂਲ ਜਿੱਕਣ ਜਾਣਾ ਹੈ ਨਾ, ਸ਼ੁਰੂ ਤੋਂ ਮਤਲਬ ਭੈਰੋਂ ਮਾਜਰੇ ਕਰਿਆ, ਮਤਲਬ ਪੜ੍ਹਿਆ। ਫਿਰ 5ਵੀਂ ਤੱਕ ਜਟਾਣੇ ਪਿੰਡ 'ਚ, ਉਸ ਤੋਂ ਬਾਅਦ ਬੇਲੇ ਪੜ੍ਹਿਆ BA ਤੱਕ। BA ਤੋਂ ਬਾਅਦ ਫਿਰ ਇਹਨੇ ਰੋਪੜ ਕਾਲਜ ਵਿੱਚ MA ਕੀਤੀ ਹੈ। ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਮਾਤਾ ਜੀ ਉਹਨਾਂ ਦਾ ਦੇਹਾਂਤ ਛੇਤੀ ਹੋ ਗਿਆ ਸੀ, ਤਾਂ ਭੈਣ ਹੋਣ ਦੇ ਨਾਤੇ ਸਾਰੀ ਜ਼ਿੰਮੇਵਾਰੀ ਵੀ ਤੁਹਾਡੇ ਉੱਤੇ ਹੀ ਆ ਗਈ ਸੀ। ਭਰਾ ਦੀ ਉਹ ਦੇਖ ਰੇਖ ਇੱਕ ਮਾਂ ਵਾਂਗੂ ਤੁਸੀਂ ਵੀ ਕੀਤੀ? ਹਾਂਜੀ, ਅਸੀਂ ਮਤਲਬ ਛੋਟੀ ਸੀ ਨਾ, ਮੈਂ ਵੀ ਬਹੁਤ ਜ਼ਿਆਦਾ ਇੰਨੀ ਮਤਲਬ ਸਾਡੇ ਦੋਹਾਂ ਦੀ ਉਹ ਛੋਟ ਵਡਿਆਈ ਪੌਣੇ 2 ਸਾਲ ਦੀ ਸੀ। 2 ਸਾਲ ਪੌਣੇ 2 ਸਾਲ ਦੀ। ਮਤਲਬ ਜੇ ਅਸੀਂ ਆਪਾਂ ਤਰੀਕਾਂ ਦੇ ਹਿਸਾਬ ਨਾਲ ਵੀ ਦੇਖੀਏ ਨਾ, ਤਾਂ ਵੀ ਪੂਰੇ ਪੌਣੇ 2 ਸਾਲ ਹੀ ਬਣਦੇ। ਮਤਲਬ ਪੌਣੇ 2 ਸਾਲ ਦੇ ਬੱਚਿਆਂ ਨੂੰ ਇੰਨਾ ਪਤਾ ਨਹੀਂ ਹੁੰਦਾ। ਵੈਸੇ ਵੀ ਸਾਡੀ ਮਾਂ ਦਾ ਸਾਨੂੰ ਇੰਨਾ ਪਤਾ ਨਹੀਂ ਤਾਂ ਉਹ ਨਾ ਮੇਰੇ ਡੈਥ ਮੇਰੇ ਭੂਆ ਜੀ ਕੋਲ ਗਏ ਵੇ ਤੇ ਦਵਾਈ ਲੈਣ, ਉੱਥੇ ਹੋਈ ਤੀ। ਉੱਥੇ ਹੋਣ ਕਰਕੇ ਮਤਲਬ ਅਸੀਂ ਇੰਨੇ ਛੋਟੇ ਤੇ ਨਾ, ਬਸ ਸਾਨੂੰ ਇਹੀ ਬਹੁਤ ਦੇਰ ਤੱਕ ਰਿਹਾ ਵੀ ਸਾਡੇ ਤਾਂ ਮਤਲਬ ਉੱਥੇ ਗਏ ਵੇ ਆ, ਭੂਆ ਜੀ ਕੋਲ ਗਏ ਵੇ ਆ ਵੀ ਅਸੀਂ ਆਪਣੀ ਦਾਦੀ ਕੋਲ ਰਹਿੰਦੇ ਆ। ਦਾਦੀ ਸਾਡਾ ਵੀ ਮਤਲਬ ਬਹੁਤ ਪਿਆਰ ਕਰਦੀ ਤੀ ਸਾਨੂੰ, ਕਿਉਂਕਿ ਅਸੀਂ ਬੜੇ ਤੇ ਮਤਲਬ ਪੋਤਾ ਪੋਤੀ ਬੜੇ ਹੀ ਤੇ ਬਹੁਤ ਪ੍ਰੇਮ ਪਿਆਰ ਤਾਂ ਸਾਨੂੰ ਮਤਲਬ ਇੰਨਾ ਕੋਈ ਉਹਨਾਂ ਨੇ ਉਹੀ ਨਹੀਂ ਹੋਣ ਦਿੱਤਾ। ਫਿਰ 70 ਵਿੱਚ ਆ ਕੇ ਮਤਲਬ 1970 ਵਿੱਚ ਮੇਰੇ ਚਾਚਾ ਜੀ ਦਾ ਵਿਆਹ ਹੋਇਆ, ਅਤੇ ਫਿਰ ਮਾਸੀ ਜੀ ਆ ਗਏ ਆ। ਨਾਲ MA ਇੰਗਲਿਸ਼ ਭਾਈ ਬਲਵਿੰਦਰ ਸਿੰਘ ਜਟਾਣੋਂ ਕਰ ਰਹੇ ਸੀਗੇ, ਫਿਰ ਲਹਿਰ ਦੇ ਨਾਲ ਕਿਵੇਂ ਜੁੜਦੇ ਨੇ? ਕਿਵੇਂ ਲਹਿਰ ਦੇ ਨਾਲ ਜੁੜ ਕੇ ਉਹਨਾਂ ਦੇ ਵੱਲੋਂ ਲਹਿਰ ਵਾਸਤੇ ਕੰਮ ਕੀਤਾ ਜਾਂਦਾ? ਪੈਸੇ ਵੀ ਮਤਲਬ ਧਾਰਮਿਕ ਖਿਆਲਾਂ ਦਾ ਹੀ ਸੀ, ਮਤਲਬ ਘਰ ਵਿੱਚ ਅੰਮ੍ਰਿਤ ਛਕਿਆ ਵਾ ਸੀ, ਇੱਦਾਂ ਉਹ ਸੀ। ਫਿਰ
ਉੱਥੇ ਹੀ ਮਤਲਬ ਕਹਿੰਦੇ ਆ ਵੀ ਕੋਈ ਇਹਦੇ ਕੋਲ ਬੰਦਾ ਆ ਕੇ ਗਿਆ ਏ ਜੀ। ਫਿਰ ਸਾਨੂੰ ਤਾਂ ਪਤਾ ਵੀ ਹੈ ਨਹੀਂ ਵੀ ਪੁਲਿਸ ਲੈ ਗਈ ਆ ਉਹਨੂੰ, ਲੈ ਕੇ ਗਏ ਆ। ਫਿਰ ਮਤਲਬ ਅਸੀਂ ਸੋਚਦੇ ਆ ਵੀ ਇਸ ਵਾਰ ਵੀ ਘਰ ਨਹੀਂ ਆਇਆ ਹੈਗਾ, ਵੀ ਉਹ ਕਿਉਂ ਨਹੀਂ ਆਇਆ ਹੈਗਾ। ਪਿਤਾ ਜੀ ਉਹਨੇ ਸੋਚਦੇ ਵੀ ਚਲੋ ਪਤਾ ਕਰਦੇ ਆ। ਜੇ ਪਤਾ ਕਰਨੇ ਦੇ ਕਹਿੰਦੇ ਹੀ ਤੇ ਇੰਨੇ ਨੂੰ ਆ ਗਿਆ ਉਹ ਆਪੇ ਆ ਕੇ ਫਿਰ ਉਹਨੇ ਕਮਰਾ ਬਦਲ ਕੇ ਉੱਥੇ ਲੱਗ ਗਿਆ ਰਹਿਣ, ਰੋਪੜੇ। ਫਿਰ ਤੇ ਉਸ ਤੋਂ ਬਾਅਦ ਫਿਰ ਜਦੋਂ ਦੁਬਾਰਾ ਘਰ ਪੁਲਿਸ ਆਈ ਆ, ਘਰ ਤੇ ਉਹ ਹੈ ਨਹੀਂ, ਤਾਂ ਮਤਲਬ ਵਿਸਾਖੀ ਦਾ ਦਿਨ ਸੀ, ਗਿਆ ਵਾ ਸੀ। ਫਿਰ ਘਰ ਦੇ ਨੇ ਪੁੱਛਿਆ ਜਦੋਂ ਫਿਰ ਆਇਆ ਉਹ, ਬਈ ਕਿਆ ਗੱਲ ਵੀ ਪੁਲਿਸ ਕਿਉਂ ਆਈ ਆ। ਫਿਰ ਉਹ ਕਹਿੰਦਾ ਵੀ ਮੈਂ ਹੁਣ ਘਰ ਨਹੀਂ ਰਹਿਣਾ ਹੈਗਾ, ਵੀ ਚਾਹੇ ਤੁਸੀਂ ਮੈਨੂੰ ਹੁਣ ਜੇ ਰੱਖੋਗੇ ਵੀ ਮੈਨੂੰ ਮਾਰ ਤਾਂ ਦੇਣਾ ਹੀ ਆ, ਵੀ ਮੈਂ ਨਹੀਂ ਹੁਣ ਘਰ ਰਹਿਣਾ ਹੈਗਾ। ਅੱਛਾ, ਇਹ ਗੱਲ ਤਾਂ ਉਹਨਾਂ ਨੂੰ ਅੰਦਾਜ਼ਾ ਹੋ ਗਿਆ ਸੀ, ਪਹਿਲਾਂ ਹੀ ਉਹਨਾਂ ਨੇ ਗੱਲ ਕਹਿ ਦਿੱਤੀ ਸੀ। ਜੀ, ਕਿਉਂਕਿ ਉਹਨਾਂ ਨੂੰ ਪਹਿਲਾਂ ਲੈ ਗਏ ਤੇ ਫੜ ਕੇ ਮਤਲਬ ਕੁੱਟਮਾਰ ਕਰੀ ਹੋਣੀ ਆ ਉਹਦੇ, ਤਾਂ ਹੀ ਫਿਰ ਉਹਨੂੰ ਪਤਾ ਲੱਗਿਆ ਹੋਣਾ। ਤੇ ਉਹਨੇ ਸਾਨੂੰ ਘਰ ਨਹੀਂ ਸੀ ਦੱਸਿਆ ਵੀ ਮੇਰੀ ਕੁੱਟਮਾਰ ਹੋਈ ਆ ਜਾਂ ਨਹੀਂ ਹੋਈ ਆ, ਬਸ ਉਹਨੇ ਇੰਨੀ ਗੱਲ ਕਹੀ ਆ। ਕਹਿੰਦੇ ਵੀ ਚਾਹੇ ਤੁਸੀਂ ਮੈਨੂੰ ਹੁਣ ਘਰ ਰੱਖ ਲਓ ਚਾਹੇ ਨਾ ਰੱਖੋ, ਵੀ ਮਾਰ ਤਾਂ ਮੈਨੂੰ ਦੇਣਾ ਹੀ ਆ। ਤੇ ਪਿਤਾ ਜੀ ਕਹਿਣ ਲੱਗੇ ਵੀ ਚਲੋ ਤੇਰੀ ਮਰਜ਼ੀ ਆ, ਬਈ ਅਸੀਂ ਤਾਂ ਵੀ ਤੈਨੂੰ ਕੁਛ ਨਹੀਂ ਕਹਿੰਦੇ ਹੈਗੇ। ਹੁਣ ਬਈ ਜੇ ਚੱਲੇ ਆ ਪੈਰ ਪੱਟੇ ਆ ਫਿਰ ਕਲੰਕ ਨਾ ਲਵਾਈ ਸਾਨੂੰ। ਇੱਕ ਬਾਪ ਦੇ ਵਾਸਤੇ ਇੰਨੀ ਗੱਲ ਕਹਿਣੀ ਔਖੀ। ਜਿਹੜੀ ਗੱਲ ਪਿਤਾ ਜੀ ਨੇ ਕਹੀ ਸੀ ਉਸ ਦੇ ਉੱਤੇ ਪੂਰੇ ਵੀ ਉਤਰੇ, ਖਰੇ ਵੀ ਉਤਰੇ? ਬਿਲਕੁਲ ਜੀ, ਬਿਲਕੁਲ ਪੂਰਾ ਉਤਰਿਆ। ਕੋਈ ਇਹੋ ਜਿਹੀ ਉਹ ਨਹੀਂ ਹੋਈ, ਆਪਣੇ ਹੱਕਾਂ ਵਾਸਤੇ ਹੀ ਲੜਦਾ ਰਿਹਾ। ਕਦੇ ਕੋਈ ਘਰ ਵਾਸਤੇ ਨਹੀਂ, ਕਦੇ ਉਹ ਨਹੀਂ ਕਿਸੇ ਨੂੰ ਇਹ ਨਹੀਂ ਕਿਹਾ ਹੈਗਾ ਘਰ ਵਾਸਤੇ ਵੀ ਮੈਂ ਆਪਣਾ ਘਰ ਨੂੰ ਦੇਵਾਂ ਜਾਂ ਹੋਰ ਕਰਾਂ। ਵੈਸੇ ਵੀ ਸਾਡੀ ਜ਼ਮੀਨ ਜਾਇਦਾਦ ਹੈਗੀ ਤੇ ਕਾਫੀ ਤੇ ਮਤਲਬ ਇਹ ਨਹੀਂ ਤੇ ਹੈਗੀ ਵੀ ਅਸੀਂ ਉੱਥੇ ਘਰ ਵਧੀਆ ਤਾਂ ਬਣਿਆ ਸਾਡਾ, ਜ਼ਮੀਨ ਜਾਇਦਾਦ ਹੈਗੀ ਤੇ ਫਿਰ ਡੰਗਰ ਪਸ਼ੂ ਵੀ ਰੱਖੇ ਹੋਏ ਤੇ ਮੇਰੇ ਪਿਤਾ ਜੀ ਆਪ ਰਾਜਾ ਕੰਮ ਕਰਦੇ ਤੇ ਕਿਸਾਨਾਂ ਕੰਮ ਵੀ ਕਰਦੇ ਤੇ ਮਤਲਬ ਇਹੀ ਜੇ ਕੋਈ ਐਡਾ ਉਹ ਨਹੀਂ ਤਾਂ ਹੈਗਾ ਵੀ ਨਹੀਂ ਘਰ ਵਿੱਚ ਵੀ ਕਿਸੇ ਚੀਜ਼ ਦੀ ਤੋੜ ਦਿੱਤੀ। ਨਹਿਰ ਪ੍ਰਤੀ ਹਾਲਾਂਕਿ ਜਿਸ ਤਰੀਕੇ ਦੇ ਨਾਲ ਜੋ ਉਹਨਾਂ ਦੀ ਦ੍ਰਿੜਤਾ ਸੀਗੀ ਉਸ ਨੂੰ ਵੇਖਦਿਆਂ ਹੋਇਆਂ ਹੀ ਨਿਗਾਹ ਦੇ ਵਿੱਚ ਪੁਲਿਸ ਦੇ ਵੀ ਉਹ ਚੜ੍ਹੇ। ਔਰ ਬਾਅਦ ਦੇ ਵਿੱਚ ਜਦੋਂ SYL ਵਾਲਾ ਇਹ ਪੂਰਾ ਵਾਕਿਆ ਹੁੰਦਾ ਹੈ, ਤੁਹਾਡੇ ਉਦੋਂ ਧਿਆਨ ਦੇ ਵਿੱਚ ਆਉਂਦਾ ਹੈ ਕਿ ਇਸ ਤਰੀਕੇ ਦੇ ਨਾਲ ਕਤਲ ਹੋ ਗਿਆ ਹੈ ਚੰਡੀਗੜ੍ਹ ਦੇ ਵਿੱਚ SYL ਨਹਿਰ ਦੀ ਉਸਾਰੀ ਨੂੰ ਲੈ ਕੇ 2 ਇੰਜੀਨੀਅਰ ਦਾ ਜਿਹੜਾ ਹੈ ਉਹ ਗੋਲੀਆਂ ਮਾਰ ਕੇ ਭਾਈ ਸਾਹਿਬ ਉਹਨਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ। ਤੁਹਾਡੇ ਤੱਕ ਖਬਰ ਕਦੋਂ ਪਹੁੰਚਦੀ ਹੈ? ਅਖਬਾਰਾਂ ਰਾਹੀਂ ਪਹੁੰਚਦੀ ਹੈ ਸਾਡੇ ਤਾਈਂ ਤਾਂ। ਅਖਬਾਰਾਂ ਦੇ ਥਰੂ ਇਹ ਮਤਲਬ ਉਸ ਟਾਈਮ ਕਿਸੇ ਕੋਲ ਮੋਬਾਇਲ ਵਗੈਰਾ ਤਾਂ ਹੁੰਦੇ ਨਹੀਂ ਤੇ ਬਸ ਅਖਬਾਰ ਦੇ ਥਰੂ ਇਹ ਮਤਲਬ ਜੋ ਵੀ ਕੋਈ ਗੱਲਬਾਤ ਦਾ ਪਤਾ ਲੱਗਣਾ ਅਖਬਾਰਾਂ ਦੇ ਰਾਹੀਂ ਪਤਾ ਲੱਗਦਾ। ਤਾਂ ਅਖਬਾਰ ਪੜ੍ਹ ਕੇ ਹੀ ਫਿਰ ਪਤਾ ਲੱਗਦਾ। ਤਾਂ ਬਸ ਫਿਰ ਜਦੋਂ ਅਖਬਾਰ ਪੜ੍ਹੀਦਾ ਤਾਂ ਮਤਲਬ ਇਸ ਤਰ੍ਹਾਂ ਕਿਤੇ ਵੀ ਵਾਕਾ ਤਾਂ ਬਾਅਦ ਵਿੱਚ ਕਹਿੰਦੇ ਹੁੰਦਾ ਤਾਂ ਪੁਲਿਸ ਪਹਿਲਾਂ ਆ ਕੇ ਲੈ ਜਾਂਦੇ ਤੇ ਇਹ ਤਾਂ ਮਤਲਬ ਹੁੰਦੇ ਤੇ ਇੱਕ ਵਾਰ ਪਿਤਾ ਜੀ ਹੋਰਾਂ ਨੂੰ ਹਰਿਆਣੇ ਵੱਲ ਕਿਤੇ ਮਤਲਬ ਲੈ ਗਈ ਪੁਲਿਸ ਤੇ ਉੱਥੇ ਫਿਰ ਕਹਿਣ ਲੱਗੇ ਵੀ ਪਿਤਾ ਜੀ ਹੋਰਾਂ ਨੂੰ ਮਤਲਬ ਸਾਨੂੰ ਵੀ ਨਾ ਪਤਾ ਲੱਗਿਆ ਇੱਥੇ ਵੀ ਕਿੱਥੇ ਆ ਕਿੱਥੇ ਨਹੀਂ, ਕਿਉਂ ਪੁਲਿਸ ਤਾਂ ਹਰ ਇੱਕ ਜਗ੍ਹਾ ਲੈ ਕੇ ਜਾਂਦੀ ਹੋਈ ਸੀ ਪਰ ਕੋਈ ਐਡਾ ਉਹ ਨਹੀਂ। ਤਾਂ ਜਦੋਂ ਹਰਿਆਣੇ ਵਾਲੇ ਲੈ ਗਿਆ ਉਹਨਾਂ ਨੇ ਤਾਂ ਮਤਲਬ ਇੰਨੀ ਮਤਲਬ ਸੂਹ ਇਹ ਨਾ ਲੱਗੇ ਵੀ ਕਿੱਥੇ ਆ ਕਿੱਥੇ ਨਹੀਂ। ਫਿਰ ਪਿਤਾ ਜੀ ਹੋਰਾਂ ਆਪੇ ਦੱਸਦੇ ਵੀ ਅਸੀਂ ਕਿਹਾ ਵੀ ਉਹਨਾਂ ਪਰ ਵੀ ਦੁਆ ਪਾਉਂਦੇ ਰਹਿੰਦੇ ਤੇ ਵੀ ਦੱਸੋ ਸਾਨੂੰ ਉਹ ਕਰੋ। ਤੇ ਪਿਤੇ ਉਹ ਕਹਿੰਦੇ ਵੀ ਜੇ ਸਾਨੂੰ ਪਤਾ ਹੋਵੇ ਵੀ ਘਰ ਬੈਠੇ ਨੂੰ ਸਾਨੂੰ ਕਿਆ ਪਤਾ ਵੀ ਤੁਹਾਨੂੰ ਤਾਂ ਕੰਮ ਆ ਤੁਸੀਂ ਲੱਭੋ ਔਰ ਉਹ ਕਰੋ, ਵੀ ਸਾਨੂੰ ਹੁਣ ਕਿਆ ਪਤਾ ਘਰ ਬੈਠਿਆਂ ਨੂੰ ਕਿਆ ਕਿੱਥੇ ਆ ਕਿੱਥੇ ਨਹੀਂ। ਫਿਰ ਪਿਤਾ ਜੀ ਨੇ ਉੱਥੇ ਸੁੱਖਣਾ ਸੁੱਖੀ ਕਹਿੰਦੇ ਵੀ ਸਾਡੇ ਵੀ ਪਰਿਵਾਰ ਨੂੰ ਇੱਕ ਵਾਰ ਉਹ ਹੋ ਜਾਵੇ ਵੀ ਮਿਲ ਜੇ। ਫਿਰ ਪਿਤਾ ਜੀ ਆਏ, ਮੈਂ ਵੀ ਮਰੰਡੇ ਰਹਿੰਦੀ ਤੇ ਉਸ ਦਿਨ ਪਿਤਾ ਜੀ ਆਏ ਤੜਕੇ ਨੂੰ, ਚਾਚਾ ਜੀ ਵੀ ਨਾਲ ਹੀ ਸੀ। ਪਿਤਾ ਜੀ ਆ ਚਾਚਾ ਜੀ ਆਏ ਤੇ ਮਨ ਬੜਾ ਖੁਸ਼ ਹੋਇਆ ਵੀ ਚਲੋ ਆ ਗਏ ਆ ਕਿਤੇ ਮਤਲਬ ਪਤਾ ਨਹੀਂ ਤਾਂ ਲੱਗਦਾ ਹੈਗਾ। ਫਿਰ ਉਹਨਾਂ ਨੇ ਫਿਰ ਦੱਸਿਆ ਕਹਿੰਦੇ ਵੀ ਅਸੀਂ ਤਾਂ ਵੀ ਪੁੱਛਿਆ ਫਿਰ ਅਸੀਂ ਵੀ ਕਿੱਥੇ ਤੇ ਫਿਰ ਦੱਸਿਆ ਕਹਿੰਦੇ ਵੀ ਇੰਨੀ ਬਹੁਤ ਜ਼ਿਆਦਾ ਦੂਰ ਲੈ ਕੇ ਗਏ ਤੇ ਵੀ ਸਾਡਾ ਕੋਈ ਚਾਂਸ ਨਹੀਂ ਤਾਂ ਇਸ ਵਾਰ ਵਾਪਸ ਆਉਣ ਦਾ। SYL ਵਾਲਾ ਜਦੋਂ ਵਾਕਿਆ ਹੁੰਦਾ ਉਸ ਤੋਂ ਬਾਅਦ ਇੰਟਰੋਗੇਸ਼ਨ ਜ਼ਿਆਦਾ ਹੁੰਦੀ? ਹਾਂਜੀ ਹਾਂਜੀ, ਉਹ ਤੋਂ ਬਾਅਦ ਵੀ ਤੇ ਹੋਏ ਹੁੰਦੇ ਹੀ ਰਹਿੰਦੇ ਤੇ ਮਤਲਬ ਵਾਕਿਆ ਦਾ
ਜਦੋਂ ਇਹ ਚੀਜ਼ ਹੋਈ, ਜਦੋਂ SYL ਵਾਲਾ ਵਾਕਿਆ ਹੋਇਆ, ਤਾਂ ਉਦੋਂ ਦਿਮਾਗ 'ਚ ਇਹ ਚੀਜ਼ ਖਣਕੀ ਕਿ ਹੁਣ ਲੱਗਦਾ ਕਿ ਭਰਾ ਜ਼ਿਆਦਾ ਮੁਸੀਬਤ ਦੇ ਵਿੱਚ ਫਸ ਸਕਦਾ ਹੈਗਾ? ਦੇਖੋ ਜੀ, ਹੁਣ ਇਸ ਤਰ੍ਹਾਂ ਤਾਂ ਮਤਲਬ ਅਸੀਂ ਸੋਚਦੇ ਤਾਂ ਹੈ ਹੀ ਨਹੀਂ। ਮਤਲਬ ਉਸ ਟਾਈਮ ਸਾਡੀ ਸੋਚਣੀ ਤਾਂ ਇਹੀ ਸੀ ਵੀ ਉਹ ਇਸ ਕੰਮ ਵਿੱਚ ਪਿਆ ਵਾ। ਹੁਣ ਇਸ ਕੰਮ ਵਿੱਚ ਪਿਆ ਵਾ, ਉਹਨੂੰ ਪਤਾ ਹੈ ਇਹਨਾਂ ਗੱਲਾਂ ਦਾ। ਮਤਲਬ ਮੁਸੀਬਤ ਜਾਂ ਸਾਨੂੰ ਤਾਂ ਰੋਜ਼ ਹੀ ਮੁਸੀਬਤ ਲੱਗਦੀ ਸੀ ਵੀ ਰੋਜ਼ ਹੀ ਮੁਸੀਬਤ ਵਿੱਚ ਆ। ਜਿਸ ਦਿਨ 'ਤੇ ਘਰ 'ਤੇ ਗਿਆ ਤਾਂ ਸਾਨੂੰ ਤਾਂ ਉਸ ਦਿਨ 'ਤੇ ਹੀ ਲੱਗਦਾ ਤਾ ਵੀ ਹਾਂ। ਔਰ ਜਦੋਂ ਘਰ ਨੂੰ ਦੇ ਵਿੱਚ ਆ ਕੇ ਗੋਲੀਆਂ ਚਲਾਈਆਂ ਜਾਂਦੀਆਂ ਨੇ, ਫਿਰ ਘਰ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ, ਉਹ ਦਿਨ ਕਿਹੜਾ ਸੀਗਾ? ਉਦੋਂ ਤੁਸੀਂ ਕਿੱਥੇ ਸੀ? ਘਰ ਦੇ ਵਿੱਚ ਕਿੰਨੇ ਜੀ? 4 ਜੀ ਦੱਸੇ ਜਾਂਦੇ ਨੇ, ਤਾਂ ਕਿਵੇਂ ਉਹ ਪੂਰਾ ਘਟਨਾ ਵਾਪਰਦੀ ਹੈ? ਅਸੀਂ ਤਾਂ ਜੀ ਮਤਲਬ ਥੋੜ੍ਹੇ ਚਿਰ 10 ਕੁ ਦਿਨ ਪਹਿਲਾਂ ਇੱਥੇ ਤੇ ਮਤਲਬ ਛੱਡ ਕੇ ਚਲੇ ਗਏ ਤੇ ਕਿਤੇ ਹੋਰ ਜਗ੍ਹਾ। ਅਤੇ ਘਰ ਵਿੱਚ ਮੇਰਾ ਬੇਟਾ ਸੀ, ਇੱਕ ਮਾਸੀ, ਦਾਦੀ ਅਤੇ ਇੱਕ ਭਰਾ ਵੀ ਸੀ। ਉਹ ਜਾਣੀ ਕਿਸੇ ਹੋਰ ਦੇ ਘਰ ਸਲਾ ਦਿੱਤਾ ਤਾ ਰਾਤ ਨੂੰ ਵੀ ਚਲੋ। ਇੰਨਾ ਤਾਂ ਮਤਲਬ ਪਤਾ ਹੀ ਨਹੀਂ ਤਾਂ ਹੈਗਾ। ਪਿੰਡ ਦਿਆਂ ਨੇ ਮਤਲਬ ਕਿਹਾ ਵੀ ਆ ਬਹੁਤ ਨੇ ਆ ਕੇ ਮਾਸੀ ਨੂੰ ਵੀ ਤੁਸੀਂ ਘਰ ਛੱਡ ਦਿਓ, ਵੀ ਹੋਰ ਪਾਸੇ ਪੈ ਜਾਓ ਆ ਕੇ। ਮਾਸੀ ਕਹਿੰਦੇ ਕੋਈ ਨਹੀਂ, ਕਹਿੰਦੇ ਹੁਣ ਕਿਹੜੇ ਕੋਈ ਆਦਮੀ ਆ ਘਰ ਵੀ ਜਿਹੜਾ ਲੈ ਕੇ ਜਾਣਾ, ਸਾਨੂੰ ਥੋੜ੍ਹੀ ਲੈ ਕੇ ਜਾਣ ਲੱਗੇ ਆ। ਉਹ ਕਹਿੰਦੇ ਵੀ ਚੱਲ ਪਿੰਡ ਦਿਆਂ ਨੇ ਕਿਹਾ ਵੀ ਐ ਤਾਂ ਵੀ ਕੋਈ ਪਤਾ ਨਹੀਂ ਹੁੰਦਾ, ਵੀ ਤੁਸੀਂ ਆਸੇ ਪਾਸੇ ਹੋ ਜਾਓ ਬਸ। ਉਹ ਕਹਿੰਦੇ ਚੱਲ ਦੇਖੀ ਜਾਊਂਗੇ। ਫਿਰ ਮਤਲਬ ਰਾਤ ਨੂੰ ਆਏ ਆ, ਕਹਿੰਦੇ ਮਤਲਬ ਇੱਕ ਹੋਰ ਸੀ ਸਾਡੇ ਤਾਈ ਲੱਗਦੀ ਸੀ, ਉਹਨੇ ਮਤਲਬ ਨਿਕਲਣ ਦੀ ਬਾਹਰ ਕੋਸ਼ਿਸ਼ ਕਰੀ ਆ ਅਤੇ ਉਹਦੇ ਦਰਵਾਜ਼ੇ ਅੱਗੇ ਵੀ ਖੜ੍ਹੇ ਤੇ, ਕਿਉਂਕਿ ਜਿਹੜੀ ਗਲੀ ਸੀ ਨਾ ਉਹ ਤਾਂ ਗਲੀ ਦੇ ਮਤਲਬ ਘਰਾਂ ਦੇ ਦਰਵਾਜ਼ੇ ਅੱਗੇ ਖੜ੍ਹੇ ਸੀ। ਕਹਿੰਦੇ ਉਹਨੇ ਦੱਸਿਆ, ਕਹਿੰਦੀ ਵੀ ਸਾਡੇ ਤਾਂ ਮਤਲਬ ਦਰਵਾਜ਼ੇ ਅੱਗੇ ਖੜ੍ਹੇ ਸੀ, ਕਹਿੰਦੀ ਹਨੇਰਾ ਹੈਗਾ ਸੀ, ਮਤਲਬ ਦਿਖਿਆ ਕੁਛ ਨਹੀਂ, ਕਹਿੰਦੀ ਬੰਦੂਕਾਂ ਜ਼ਰੂਰ ਦਿਖਦੀਆਂ ਅਤੇ ਵੀ ਉਹਨਾਂ ਕੋਲ ਤਾਂ ਕਹਿੰਦੀ ਬੰਦੂਕਾਂ ਤੀਆਂ ਅਤੇ ਬਈ ਉਹ ਲੈ ਕੇ ਖੜ੍ਹੇ ਸੀ। ਫਿਰ ਉਹਨਾਂ ਨੇ ਮਤਲਬ ਘਰ ਆ ਕੇ ਮਤਲਬ ਜਿਸ ਹਿਸਾਬ ਨਾਲ ਮਤਲਬ ਪਏ ਦੱਸਦੇ ਤੇ ਮਾਸੀ ਨੇ ਤਾਂ ਸਾਡੇ ਨੇ ਦਰਵਾਜ਼ਾ ਖੋਲ੍ਹਿਆ, ਉਹਨਾਂ ਨੂੰ ਖੋਲ੍ਹਦੀ ਸਾਰੇ ਗੋਲੀਆਂ ਮਾਰਤੀਆਂ। ਅਤੇ ਗੋਲੀ ਦੀ ਆਵਾਜ਼ ਸੁਣ ਕੇ ਮੇਰੀ ਦਾਦੀ ਮਤਲਬ ਇਸ ਤਰ੍ਹਾਂ ਬੈੱਡ ਪਰ ਬੈਠ ਗਈ। ਬੈੱਡ ਪਰ ਇਸ ਤਰ੍ਹਾਂ ਨਾਲ ਤਾਕੀ ਤੀ, ਜਿਵੇਂ ਆਹ ਤਾਕੀ ਆ, ਤਾਕੀ ਮਤਲਬ ਕੋਲ ਐਂ ਬੈੱਡ ਡਾਹਿਆ ਵਾ ਉਹ ਇੱਦਾਂ ਨਾਲ ਬੈਠੀ ਆ। ਉਹਨੂੰ ਉੱਥੇ ਹੀ ਗੋਲੀ ਮਾਰਤੀ। ਅਤੇ ਨਾਲ ਦੇ ਬੈੱਡ ਪਰ ਮੇਰੀ ਭੈਣ ਔਰ ਉਹ ਮੇਰਾ ਬੇਟਾ ਪਿਆ ਸੀ। ਬੇਟਾ ਤਾਂ ਮੇਰਾ ਮਤਲਬ ਬੱਚਾ ਤਾਂ ਛੋਟਾ, ਉਹਨੂੰ ਵੀ ਉੱਥੇ ਗੋਲੀ ਮਾਰਤੀ ਬੈੱਡ ਪਰ ਪਏ ਨੂੰ। ਅਤੇ ਭੈਣ ਮੇਰੀ ਉੱਠ ਕੇ ਜਦੋਂ ਮਤਲਬ ਆਵਾਜ਼ ਸੁਣੀ ਆ ਮੇਰੀ ਮਾਸੀ ਦੀ, ਤਾਂ ਉਹ ਉੱਠੀ ਆ ਅਤੇ ਉੱਠ ਕੇ ਮਤਲਬ ਜਦੋਂ ਦੇਖਣ ਲੱਗੀ ਆ, ਉਹਦੇ ਇੱਥੇ ਤੇ ਐ ਵਾਲ ਉੱਪਰ ਉੱਠੇ ਵੇ ਅਤੇ ਇੱਦਾਂ ਲੱਗਦਾ ਤਾਂ ਮਤਲਬ ਵਾਲ ਉੱਠੇ ਹੋਏ ਹਨ ਅਤੇ ਵੀ ਜਿਵੇਂ ਇੱਥੇ ਵਾਲਾਂ 'ਤੇ ਫੜ ਕੇ ਨਾ ਇੱਥੇ ਗੋਲੀ ਮਾਰੀ ਵੀ ਸੀ ਉਹਦੀ। ਮਤਲਬ ਫਿਰ ਉਹਨਾਂ ਨੇ ਕਿਆ ਕੀਤਾ, ਮਤਲਬ ਬਾਅਦ ਵਿੱਚ ਮਾਰਨ ਤੋਂ ਬਾਅਦ ਸਾਡੇ ਇੱਕ ਕਮਰੇ 'ਚ ਬਿਸਤਰੇ ਪਏ ਤੇ ਉਹ ਸਾਰੇ ਬਿਸਤਰੇ ਉੱਪਰ ਸਿੱਟਤੇ ਬੈੱਡ ਦੇ, ਜਿਹਦੇ ਵਿੱਚ ਮੇਰਾ ਬੇਟਾ ਤਾਂ ਮਤਲਬ ਦੱਬਿਆ ਹੀ ਗਿਆ। ਮਤਲਬ ਬੇਟਾ ਤਾਂ ਮੇਰਾ ਬਿਲਕੁਲ ਹੀ ਸੜ ਗਿਆ ਤਾਂ ਮਤਲਬ ਉਹ ਤਾਂ ਇਸ ਤਰ੍ਹਾਂ ਹੀ ਮਤਲਬ ਉਹ ਕਰਿਆ, ਇਕੱਠਾ ਕਰਿਆ। ਕਿੰਨੀ ਉਮਰ ਸੀ ਜਦੋਂ ਸਾਰਿਆਂ ਦੀ? ਬੇਟੇ ਦੀ ਮੇਰੇ ਦੀ 5.5 ਸਾਲ ਦੀ ਉਮਰ ਸੀ ਅਤੇ ਦਾਦੀ ਵੀ ਦੇਖ ਲਓ 80 ਕੁ ਦੇ ਕਰੀਬ ਤਾਂ ਹੈਗੀ ਸੀ। ਅਤੇ ਮਾਸੀ ਮੇਰੀ ਉੱਦਾਂ ਦੇਖਣੇ ਨੂੰ ਜ਼ਿਆਦਾ ਲੱਗਦੀ ਸੀ ਉਮਰ ਦੀ, ਇੰਨੀ ਜ਼ਿਆਦਾ ਉਮਰ ਦੀ ਹੈ ਨਹੀਂ ਤੀ, ਮਸੀਂ 45 ਕੁ ਸਾਲ ਦੀ ਹੋਣੀ ਆ ਉਮਰ ਮਤਲਬ ਉਸ ਟਾਈਮ। ਅਤੇ ਫਿਰ ਤੁਸੀਂ ਉਦੋਂ ਕਿੱਥੇ ਸੀਗੇ? ਔਰ ਜੇ ਤੁਸੀਂ ਘਰੇ ਹੁੰਦੇ ਤਾਂ ਤੁਹਾਡੇ ਉੱਤੇ ਵੀ ਇਹ ਤਸ਼ੱਦਦ ਹੋ ਜਾਣਾ ਸੀ? ਦੱਸਦੇ ਉਹ ਮਤਲਬ ਇਹ ਤਾਂ ਕਹਿੰਦੇ ਰਹੇ ਆ ਵੀ 5 ਜਣੇ ਤੇ ਦਿਨ ਵਿੱਚ ਆ ਕੇ ਉਹ ਮਤਲਬ ਇਨਕੁਆਇਰੀ ਕਰਕੇ ਗਏ ਆ ਨਾ ਘਰ ਵਿੱਚ ਕਿੰਨੇ ਮੈਂਬਰ ਆ, ਉਹ ਦੇਖ ਕੇ ਗਏ ਵੀ 5 ਮੈਂਬਰ ਅਤੇ ਵੀ 5 ਵਿੱਚ 4 ਹੀ ਦਿਖਦੇ ਆ ਵੀ 5ਵਾਂ ਕਿੱਥੇ ਆ। ਫਿਰ ਉਹ ਲੱਭ ਲੁੱਭ ਕੇ ਦੇਖਿਆ ਵੀ 5ਵਾਂ ਤਾਂ ਹੁਣ ਉਹ ਤਾਂ ਕਿਸੇ ਦੇ ਘਰ ਪਾਇਆ ਵਾ ਸੀ ਨਾ ਭਰਾ, ਤਾਂ ਉਹ ਲੱਭਦੇ ਰਹੇ ਆ 5ਵੇਂ ਬੰਦੇ ਨੂੰ ਵੀ ਕਿੱਥੇ ਆ। ਉਹਨਾਂ ਨੇ ਜਾਣ ਲੱਗਿਆ ਨੇ ਕਿਆ ਕਰਿਆ, ਅੱਗ ਲਗਾ ਕੇ ਉੱਥੇ ਸਕੂਟਰ ਖੜ੍ਹਾ ਸੀ, ਸਕੂਟਰ ਦੇ ਵੀ ਵਿੱਚ ਗੋਲੀ ਮਾਰੀ ਤਾਂ ਉਹਨਾਂ ਨੇ ਮਤਲਬ ਡਿੱਗੀ ਵਿੱਚ ਹੋਣੀ ਆ ਗੋਲੀ, ਮਤਲਬ ਵੀ ਪੈਟਰੋਲ ਉਹ ਜੋ ਤਾਂ ਖੈਰ ਸਕੂਟਰ ਨੂੰ ਤਾਂ ਕੁਛ ਨਹੀਂ ਤਾਂ ਮਤਲਬ ਅੱਗ ਪਈ ਨਹੀਂ।
ਬਿਸਤਰੇ ਮਤਲਬ ਜਲ ਗਏ। ਜਾਂਦੇ ਹੋਏ ਮੇਰੀ ਮਾਸੀ ਦੇ ਹੱਥ ਵਿੱਚ ਮਾਚਿਸ ਦੀ ਡੱਬੀ ਰੱਖ ਗਏ। ਸਟੋਪ ਵਿੱਚ ਤੇ ਕੱਢ ਕੇ ਤੇਲ ਪਾਇਆ ਉਹਨਾਂ ਨੇ। ਸਟੋਪ ਦਾ ਢੱਕਣ ਖੁੱਲ੍ਹਾ ਸੀ। ਕੋਸ਼ਿਸ਼ ਉਹਨਾਂ ਦੀ ਇਹੀ ਸੀਗੀ ਕਿ ਇਹ ਕਰਾਂਗੇ ਤਾਂ ਭਾਈ ਬਲਵਿੰਦਰ ਸਿੰਘ ਹੋਣੀ ਵਾਪਸ ਆਉਣਗੇ ਜਾਂ ਉਹਨਾਂ ਨੂੰ ਅਸੀਂ ਅਰੈਸਟ ਕਰ ਪਾਵਾਂਗੇ। ਸੀ ਬਈ ਅਸੀਂ ਆਹ ਕਰੂੰਗੇ ਤਾਂ ਬਈ ਉਹ ਹੋ ਜਾਏਗਾ, ਵੀ ਆਪੇ ਫਿਰ ਆਊਗਾ, ਸਾਡੇ ਸਾਹਮਣੇ ਆਊਗਾ ਜਾਂ ਹੋਰ ਹੋ ਜਾਊਗਾ। ਪਰ ਜਿਹੜੇ ਹੁਣ ਇਸ ਲਾਈਨ ਵਿੱਚ ਪੈ ਗਏ, ਜਿਨ੍ਹਾਂ ਨੇ ਆਪਣਾ ਨਿਸ਼ਚਾ ਹੀ ਦਰੇੜ ਕਰ ਲਿਆ, ਫਿਰ ਉਹ ਫਿਰ ਸੰਸਕਾਰ ਕਰਨ ਲੱਗੇ ਵੀ ਦਿੱਕਤਾਂ ਆਈਆਂ ਫਿਰ ਉਦੋਂ ਪਰਿਵਾਰਕ ਮੈਂਬਰਾਂ ਦੀ। ਪੁਲਿਸ ਤਾਂ ਉਦੋਂ ਵੀ ਉੱਥੇ ਆ ਕੇ ਵੀ ਦਖਲਅੰਦਾਜ਼ੀ ਰਹੀ। ਹਾਂਜੀ, ਪਰਿਵਾਰ ਦੇ ਮਤਲਬ ਪਿਤਾ ਜੀ ਨੂੰ ਲੈ ਆਏ ਸੀ ਪੁਲਿਸ ਵਾਲੇ। ਲਿਆ ਕੇ ਪਿਤਾ ਜੀ ਨੇ ਤਾਂ ਸੋਚਿਆ ਵੀ ਇੰਨੀ ਭੀੜ ਇਕੱਠੀ ਹੋਈ ਵੀ ਆ, ਵੀ ਬਲਵਿੰਦਰ ਨੂੰ ਸ਼ਾਇਦ ਕੁਝ ਹੋ ਗਿਆ। ਪਰ ਇਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ। ਪਿਤਾ ਜੀ ਨੂੰ ਬਾਹਰ ਹੀ ਖੜ੍ਹਾ ਲਿਆ ਪੁਲਿਸ ਵਾਲਿਆਂ ਨੇ। ਬਾਹਰ 'ਤੇ ਜਾਂ ਮੰਜਿਆਂ ਪਰ ਪਾ ਕੇ ਕੱਢੇ ਆ। ਫਿਰ ਪਤਾ ਲੱਗਾ ਪਿਤਾ ਜੀ ਨੂੰ ਵੀ ਮੇਰਾ ਤਾਂ ਬਾਹਰ ਸੀ ਜਦੋਂ ਤੁਸੀਂ ਆ ਕੇ ਦ੍ਰਿਸ਼ ਵੇਖਿਆ ਤਾਂ ਟਾਈਮ ਤਾਂ ਮੈਂ ਹੈ ਨਹੀਂ ਤੀ, ਮਤਲਬ ਪਹੁੰਚ ਗਈ ਸੀ ਮੈਂ, ਕਿਉਂਕਿ ਸਾਨੂੰ ਪਤਾ ਹੀ ਮਤਲਬ ਸ਼ਾਮ ਟਾਈਮ ਲੱਗਿਆ ਤਾਂ ਅਖਬਾਰ ਦੇ ਥਰੂ ਹੈ ਮਤਲਬ ਪਤਾ ਲੱਗਿਆ। ਫਿਰ ਦੂਸਰੇ ਦਿਨ ਜਦੋਂ ਆਏ ਆ ਉਸ ਟਾਈਮ ਤਾਂ ਸੰਸਕਾਰ ਵੀ ਹੋ ਲਿਆ, ਤਾਂ ਫੈਮਿਲੀ ਦਾ ਹੋਰ ਉਹ ਹੋ ਗਿਆ। ਤਾਂ ਫਿਰ ਉੱਥੇ ਹੋ ਰਹੀ ਹਾਂ ਮੈਂ। ਫਿਰ ਜਿਸ ਦਿਨ ਬਲਵਿੰਦਰ ਦਾ ਮਤਲਬ ਹੋਇਆ ਉਸ ਦਿਨ ਮੈਂ ਆਉਣ ਲੱਗੀ ਹਾਂ ਮਰੰਡੇ ਨੂੰ। ਮੈਂ ਕਿਹਾ ਮੈਂ ਮਰੰਡੇ 'ਤੇ ਆਪਣੇ ਕੱਪੜੇ ਲਿਆਵਾਂ। ਮੈਂ ਕੱਪੜੇ ਤਾਂ ਲੈ ਕੇ ਨਹੀਂ ਆਈ ਸੀ ਦਿੱਲੀ, 'ਤੇ ਉੱਥੇ ਹੀ ਰਹਿ ਗਏ ਸੀ ਮੇਰੇ ਕੱਪੜੇ। ਮੈਂ ਕਿਹਾ ਚਲੋ ਮੈਂ ਮਰੰਡੇ 'ਤੇ ਆਪਣੇ ਥੋੜ੍ਹੇ ਕੱਪੜੇ ਲਿਆਉਂਦੀ ਆ ਪਾਉਣ ਵਾਲੇ। ਜਦੋਂ ਮੈਂ ਚਮਕੌਰ ਸਾਹਿਬ ਆਈ ਹਾਂ, ਇੱਕ ਦੇ ਹੱਥ ਵਿੱਚ ਇਸ ਤਰ੍ਹਾਂ ਅਖਬਾਰ ਸੀ, ਉਹਦੇ ਪਰ ਲਿਖਿਆ ਭਾਈ ਚਟਾਣਾ ਅਤੇ ਚੰਨਾ। ਜਦੋਂ ਮੈਂ ਭਾਈ ਚਟਾਣਾ ਅਤੇ ਚੰਨਾ ਮਤਲਬ ਪੜ੍ਹਿਆ, ਮੈਂ ਉਸ ਟਾਈਮ ਉੱਥੇ ਤੇ ਉਤਰ ਗਈ ਹਾਂ। ਬੱਸ ਵਿੱਚ ਉਤਰ ਕੇ ਦਿਮਾਗ ਮੈਨੂੰ ਪਤਾ ਨਾ ਲੱਗੇ ਵੀ ਮੈਂ ਕਿਆ ਕਰਾਂ। ਤੁਰ ਕੇ ਹੀ ਆਉਣ ਲੱਗ ਗਈ। ਵੀ ਪਤਾ ਨਹੀਂ ਕਿਸੇ ਨੇ ਕਿਹਾ ਹੋਣਾ ਵੀ, ਜਾਂ ਕੋਈ ਜਾਣ ਪਛਾਣ ਹੋਣਾ, ਉਹਨੇ ਕਿਹਾ ਹੋਣਾ ਵੀ ਇਹ ਮਤਲਬ ਜਿਹੜੀ ਜਾਂਦੀ ਆ ਵੀ ਇਹਨੂੰ ਤੁਸੀਂ ਬਿਠਾ ਕੇ ਲੈ ਜਾਓ। ਫਿਰ ਮੈਂ ਨਹਿਰ ਤੱਕ ਆ ਗਈ ਹਾਂ ਤੁਰ ਕੇ। ਫਿਰ ਉਸ ਬੰਦੇ ਨੇ ਮੈਨੂੰ ਕਿਹਾ, ਕਹਿੰਦਾ ਭੈਣ, ਕਹਿੰਦਾ ਆ ਜਾ ਬਹਿ ਜਾ ਤੂੰ ਵੀ ਬੱਸ ਵਿੱਚ, ਬਈ ਅਸੀਂ ਉੱਧਰ ਨੂੰ ਜਾਣਾ। ਮੈਂ ਬੈਠ ਗਈ। ਮੈਂ ਜਦੋਂ ਬੈਠੀ ਮੈਂ ਕਿਹਾ ਸਵਾਰੀ ਵੀ ਕੋਈ ਨਹੀਂ ਹੈਗੀ, ਵੀ ਮੈਂ ਬੈਠ ਵੀ ਗਈ। ਮੇਰਾ ਮਨ ਵੀ ਡਰਿਆ ਰੋਂ ਵੀ ਹੋਏ। ਉਹਨਾਂ ਨੇ ਮੈਨੂੰ ਆਪਣੇ ਆਪ ਹੀ ਉੱਥੇ ਆ ਕੇ ਉਤਾਰ ਦਿੱਤਾ ਪੁਲ ਪਰ। ਅਤੇ ਪੁਲ 'ਤੇ ਜਦੋਂ ਮੈਂ ਗਈ ਹਾਂ ਘਰ, ਮੈਨੂੰ ਤਾਂ ਇਹ ਤਾਂ ਵੀ ਘਰ ਤਾਂ ਸਾਡੇ ਪਤਾ ਹੀ ਨਹੀਂ। ਪਿੰਡ ਵਿੱਚ ਸਾਰੇ ਪਤਾ ਸੀ, ਰਾਤ ਨੂੰ ਇਹ ਪਤਾ ਲੱਗ ਗਿਆ ਪਿੰਡ ਵਿੱਚ। ਸਾਨੂੰ ਤਾਂ ਕਿਸੇ ਨੇ ਨਹੀਂ ਦੱਸਿਆ ਹੈਗਾ। ਉੱਦਾਂ ਕਹੀ ਗਏ ਵੀ ਆਪਾਂ ਨੇ ਸਵੇਰੇ ਜਾਣਾ ਹੈ, ਅਸੀਂ ਸਵੇਰੇ ਜਾਣਾ। ਅਸੀਂ ਸੋਚੀ ਗਏ ਵੀ ਸਾਡੇ ਵੀ ਚਾਚਾ ਜੀ ਯਾਰ ਮਤਲਬ ਭਰਾ ਹੈ ਮੇਰੇ, ਜਿਹੜੇ ਮਤਲਬ ਚਾਚਾ ਜੀ ਦਾ ਲੜਕਾ, ਬਈ ਉਹ ਫੜੇ ਵੇ ਆ, ਵੀ ਉਹਨਾਂ ਨੂੰ ਬਈ ਛਡਾਉਣ ਵਾਸਤੇ ਜਾਣਾ ਹੈ, ਬਈ ਉਹਨਾਂ ਨੂੰ ਉਹ ਕਰਨ ਜਾਣਾ। ਅਸੀਂ ਇਹੀ ਸੋਚੀ ਗਏ, ਸਾਨੂੰ ਤਾਂ ਪਤਾ ਹੀ ਨਹੀਂ ਤਾਂ ਹੈਗਾ ਵੀ। ਪਿੰਡ 'ਚ ਪੁਲਿਸ ਸੀਗੀ, ਛਾਉਣੀ 'ਚ ਕਹਿੰਦੇ ਤਬਦੀਲ ਕੀਤਾ ਗਿਆ ਸੀ। ਹਾਂਜੀ ਹਾਂਜੀ। ਫਿਰ ਤਾਂ ਜਦੋਂ ਫਿਰ ਇਹ ਬਲਵਿੰਦਰ ਦੀ ਆਈ ਆ, ਬੋਡੀ ਆਈ ਆ ਇੱਥੇ ਫਤਿਹਗੜ੍ਹ ਸਾਹਿਬ ਹੀ ਹੋਇਆ ਤਾਂ ਇਹਦਾ ਪੋਸਟਮਾਰਟਮ। ਅਤੇ ਫਤਿਹਗੜ੍ਹ ਸਾਹਿਬ ਫਿਰ ਮਤਲਬ ਕਾਲਜ ਵਾਲਿਆਂ ਬੱਚਿਆਂ ਨੇ ਵੀ ਸਾਰਾ ਉਹ ਲਾ ਕੇ ਫਿਰ ਦੋਹਾਂ ਦੇ ਇਹਨਾਂ ਦੀ ਲਾਸ਼ਾਂ ਲੈ ਲਈਆਂ ਸੀ। ਫਿਰ ਲਾਸ਼ਾਂ ਲੈ ਕੇ ਫਿਰ ਇਹਨਾਂ ਮਤਲਬ ਅਸੀਂ ਦੇਖੀ ਗਏ ਵੀ ਚਲੋ ਵੀ ਉਹਨੂੰ ਚਾਚਾ ਜੀ ਨੂੰ ਉਹਨੂੰ ਛੱਡਦੇ ਆ। ਫਿਰ ਇਹਨਾਂ ਨੇ ਛੱਡੇ ਹੀ ਨਹੀਂ ਹੈਗੇ ਪੁਲਿਸ ਵਾਲਿਆਂ ਨੇ। ਫਿਰ ਪੁਲਿਸ ਵਾਲੇ ਕਹੀ ਗਏ ਵੀ ਤੁਸੀਂ ਵੀ ਕਰ ਦਿਓ, ਸੰਸਕਾਰ ਕਰ ਦਿਓ। ਫਿਰ ਮੈਂ ਪਿਤਾ ਜੀ ਲੱਗੇ ਕਹਿਣ ਵੀ ਹੁਣ ਕਿਆ, ਹੁਣ ਤਾਂ ਇਹ ਮਿੱਟੀ ਆ, ਮੈਂ ਨਹੀਂ ਛੱਡਦਾ ਹੈ ਉਹ ਕਰਦਾ ਸੰਸਕਾਰ ਕਰਦਾ। ਹੁਣ ਇਹਦੇ ਵਿੱਚ ਕੁਛ ਨਹੀਂ ਹੈਗਾ, ਮਿੱਟੀ ਆ ਇਹ, ਮੈਂ ਤਾਂ ਇਸ ਤਰ੍ਹਾਂ ਹੀ ਰੱਖੂੰਗਾ ਜਿੰਨੀ ਦੇਰ ਤੱਕ ਮੇਰੇ ਭਰਾ ਭਤੀਜਾ ਨਹੀਂ ਆਉਂਦੇ। ਤੁਸੀਂ ਉਹਨਾਂ ਨੂੰ ਭੇਜ ਦਿਓ, ਬਈ ਅਸੀਂ ਉਹ ਕਰਦੇ ਹਾਂ। ਫਿਰ ਕਹੀ ਗਏ ਪਿਤਾ ਜੀ ਨੂੰ ਬਈ ਅਸੀਂ ਭੇਜਤੇ, ਉਹ ਭੇਜਤੇ। 5 ਵੱਜ ਗਏ ਵੀ ਤੁਸੀਂ ਕਰ ਦਿਓ ਸੰਸਕਾਰ। ਪਿਤਾ ਜੀ ਕਹਿੰਦੇ ਨਹੀਂ, ਮੈਂ ਆਪਣੇ ਅੱਖੀ ਦੇਖੇ ਬਗੈਰ ਮੈਂ ਨਹੀਂ ਸੰਸਕਾਰ ਕਰਨਾ ਹੈਗਾ। ਵੀ ਮੇਰੇ ਕੋਲ ਆ ਜਾਣ ਨਾ, ਵੀ ਉਹ ਆ ਗਏ ਵੀ ਤਾਂ ਵੀ ਮੈਂ ਉਹ ਕਰਨਾ। ਫਿਰ ਉਹਨਾਂ ਨੇ ਰਾਤ ਨੂੰ 12-1 ਵਜੇ ਜਾਣੀ ਮੇਰੇ ਚਾਚਾ ਜੀ ਯਾਰ ਭਰਾ ਨੂੰ ਛੱਡਿਆ ਜੀ ਰਾਤ। ਫਿਰ
5 ਤਰੀਕ ਨੂੰ ਫਿਰ ਸੰਸਕਾਰ ਕੀਤਾ। ਫਿਰ ਸੰਸਕਾਰ ਕੀਤਾ। ਅਗਲੇ ਦਿਨ ਸੰਸਕਾਰ ਕੀਤਾ। ਸਾਰੇ ਦਿਨ ਇਦਾਂ ਹੀ ਪਏ ਰਹੇ ਇਹ। ਦੁਨੀਆ ਆਈ ਗਈ ਆ, ਜਾਈ ਗਈ ਆ। ਜਿਸ ਦਿਨ ਸੰਸਕਾਰ ਹੋਇਆ ਉਸ ਦਿਨ ਵੀ ਬਹੁਤ ਘੱਟ ਸੀਗਾ। ਬਹੁਤ ਜ਼ਿਆਦਾ ਇਕੱਠ ਸੀ। ਮਤਲਬ ਮੂਵੀਆਂ ਵਗੈਰਾ ਵੀ ਬਣਾਈਆਂ ਲੋਕਾਂ ਨੇ, ਮਤਲਬ ਹੋਰ ਉਹ ਕਰਿਆ ਅਤੇ ਇੰਨਾ ਇਕੱਠ ਸੀ, ਮਤਲਬ ਕਿਸੇ ਨੂੰ ਕਹਿੰਦੇ ਹੁੰਦੇ ਇਹ ਨਹੀਂ ਤਾਂ ਹੈਗਾ ਵੀ ਨਹੀਂ ਕਿਸੇ ਨੇ ਵੀ ਜਾਣਾ ਹੈਗਾ, ਵੀ ਅਸੀਂ ਬਸ ਇਹੀ ਸੀ ਲੋਕਾਂ ਨੂੰ ਵੀ ਅਸੀਂ ਜੇ ਕਿਸੇ ਨੂੰ ਵੀ ਉਹ ਨਹੀਂ ਵੀ ਆਇਆ ਨਾ, ਉਹਨੂੰ ਇਹ ਹੋ ਗਿਆ ਵੀ ਹਾਂ ਦੂਸਰੇ ਦਿਨ ਸੰਸਕਾਰ ਤਾਂ ਵੀ ਅਸੀਂ ਕਿਉਂ ਨਹੀਂ ਗਏ ਹੈਗੇ। ਉਹਨਾਂ ਨੂੰ ਇਹ ਪਛਤਾਵਾ ਤਾਂ ਜ਼ਰੂਰ ਹੁੰਦਾ ਤਾਂ ਵੀ ਅਸੀਂ ਕਿਉਂ ਨਹੀਂ ਗਏ ਹੈਗੇ। ਉਹਦੇ ਮਤਲਬ ਕਿ ਉੱਦਾਂ ਵੀ ਮਤਲਬ ਜਿਵੇਂ ਉਹ ਰਿਹਾ ਖਾੜਕੂ ਬਾਅਦ ਵਿੱਚ ਪਿੰਡਾਂ ਵਿੱਚ ਕਿਹਾ ਹੋਰ ਕਿਹਾ, ਉਹ ਤਾਂ ਮਿਲ ਵਰਤਣ ਇਹੋ ਜਿਹਾ ਤਾਂ ਮਤਲਬ ਕੋਈ ਦੱਸਦੇ ਆ ਸਭ ਵੀ ਹੋਰ ਤਾਂ ਹੋਰ ਮਤਲਬ ਬੇਲੇ ਵਿੱਚ ਜਿਹੜੇ ਜ਼ਿਆਦਾ ਕਰਕੇ ਬਾਣੀਏ ਆ ਇਹ ਮਤਲਬ ਦੁਕਾਨਦਾਰ ਇਹ ਵੀ ਕਹਿੰਦੇ ਸੀ, ਕਹਿੰਦੇ ਜਦੋਂ ਤੱਕ ਇਹ ਬਲਵਿੰਦਰ ਸੀ ਉਦੋਂ ਤੱਕ ਸਾਨੂੰ ਵੀ ਕਿਸੇ ਦਾ ਕੋਈ ਡਰ ਭੈ ਨਹੀਂ ਤਾਂ ਵੀ ਸਾਨੂੰ ਕੋਈ ਲੁੱਟ ਕੇ ਲੈ ਜਾਊਗਾ। ਉਹ ਵੀ ਆਏ ਆ ਜੀ, ਦੇਖ ਲਓ। ਅਨਸਾਰ ਬਹੁਤ ਜ਼ਿਆਦਾ ਸੀ ਲੋਕਾਂ ਦੇ, ਜਿਨ੍ਹਾਂ ਦੇ ਘਰਾਂ ਦੇ ਵਿੱਚ ਘਰੇਲੂ ਮਸਲੇ ਹੁੰਦੇ ਸੀ ਉਹ ਵੀ ਹੱਲ ਕਰਾ ਦਿੰਦੇ ਸੀਗੇ। ਬਹੁਤੀ ਕੁੜੀਆਂ ਦੇ ਜ਼ਿੰਦਗੀਆਂ ਵਸਾਈਆਂ। ਬਹੁਤ ਕੁੜੀਆਂ ਦੇ ਘਰ ਵਸਾਏ ਆ ਜੀ ਉਹਨੇ, ਬਹੁਤ ਕੁੜੀਆਂ ਦੇ ਘਰ ਵਸਾਏ ਆ। ਉਹ ਮਤਲਬ ਉਹ ਤਾਂ ਮਤਲਬ ਜਿਵੇਂ ਮਤਲਬ ਪਹਿਲਾਂ ਦਾ ਨੇਚਰ ਜਾ ਕੇ ਬਾਹਰ ਵੀ ਉਹ ਤਾਂ ਇਹ ਨਹੀਂ ਹੋਇਆ ਹੈਗਾ ਵੀ ਹਾਂ ਮੈਂ ਬਾਹਰ ਜਾ ਕੇ ਬਦਲ ਗਿਆ। ਬਾਹਰ ਵੀ ਰਿਹਾ ਤਾਂ ਮਤਲਬ ਫਿਰ ਵੀ ਭੈਣ ਭਰਾਵਾਂ ਦੇ ਸਭ ਦੇ ਉਹਨੇ ਮਤਲਬ ਘਰਾਂ ਬਾਰੇ ਸੋਚਿਆ ਵੀ ਨਹੀਂ ਜੇ ਭੈਣਾਂ ਕਿਸੇ ਦੇ ਉਹ ਆ। ਬਹੁਤ ਸਾਰੀਆਂ ਸੰਸਕਾਰ 'ਤੇ ਆਈਆਂ ਹੋਈਆਂ ਭੈਣਾਂ ਕਹਿੰਦੀਆਂ ਤੇ ਹਾਂ ਸਾਡਾ ਵੀਰ ਚਲੇ ਗਿਆ ਇਸ ਟਾਈਮ, ਚਲੋ ਅਸੀਂ ਤਾਂ ਕਹਿਣਾ ਹੀ ਸੀ। ਉਹ ਵੀ ਰੋਂਦੀਆਂ ਸੀ ਵੀ ਸਾਡੀ ਜ਼ਿੰਦਗੀ ਆ ਜਿਹੜੀ ਇਹ ਉਹਦੀ ਵਸਾਈ ਵੀ ਜ਼ਿੰਦਗੀ ਆ, ਸਾਡਾ ਘਰ ਵਿੱਚ ਕੋਈ ਉਹ ਨਹੀਂ ਤਾਂ ਹੈਗਾ ਇੰਨਾ ਮਤਲਬ ਕਿ। ਤੁਸੀਂ ਜ਼ਿਕਰ ਕੀਤਾ ਚਰਨਜੀਤ ਚੰਨਾ ਨਾਲ ਕਾਫੀ ਨੇੜਤਾ ਸੀਗੀ ਭਾਈ ਸਾਹਿਬ ਉਹਨਾਂ ਦੀ। ਹਾਂਜੀ, ਜਿਵੇਂ ਹੁਣ ਅਸੀਂ ਸੁਣਦੇ ਹਾਂ ਜੀ ਵੀ ਮਤਲਬ ਵੀ ਬਹੁਤ ਵੀ ਪਿਆਰ ਸੀ ਦੋਹਾਂ ਦਾ। ਮਤਲਬ ਉਹਦਾ ਮਤਲਬ ਹੁਣ ਫੇਸਬੁੱਕ 'ਤੇ ਕਿਆ ਮਤਲਬ ਪਤਾ ਚੱਲਦਾ ਹੀ ਆ ਜੀ। ਨੇੜਤਾ ਤਾਂ ਹੈਗੀ ਅਸੀਂ ਦੋਹਾਂ ਦੀ, ਫਿਰ ਪਿਆਰ ਰਿਹਾ ਦੋਹਾਂ ਦਾ। ਮਤਲਬ ਜਿਵੇਂ ਪਿਆਰ ਰਿਹਾ ਮਤਲਬ ਸਾਨੂੰ ਮਤਲਬ ਇਹ ਵੀ ਪਤਾ ਲੱਗਦਾ ਵੀ ਜਿਸ ਦਿਨ ਮਤਲਬ ਮੁਕਾਬਲਾ ਹੋਇਆ ਵੀ ਚੰਨੇ ਦੇ ਮਤਲਬ ਸੱਟ ਲੱਗ ਗਈ ਤੀ ਜੀ ਅਤੇ ਚੰਨੇ ਨੇ ਕਿਹਾ ਵੀ ਤੂੰ ਚਲੇ ਜਾ ਵੀ ਛੱਡ ਕੇ ਮੰਨੋ, ਤਾਂ ਕਹਿੰਦੇ ਵੀ ਬਲਵਿੰਦਰ ਨੇ ਕਿਹਾ ਵੀ ਨਹੀਂ ਜੇ ਸ਼ਹੀਦੀ ਪਾਉਣੀ ਆ ਤਾਂ ਇਕੱਠਿਆਂ ਨੇ ਪਾਉਣੀ ਆ, ਵੀ ਨਹੀਂ ਮੈਂ ਨਹੀਂ ਭਰਾ ਮਾਰ ਨਹੀਂ ਕਰਨੀ ਹੈਗੀ ਵੀ ਤੈਨੂੰ ਛੱਡ ਕੇ ਚਲੇ ਜਾਵਾਂ ਮੈਂ ਆਪਣੀ ਜ਼ਿੰਦਗੀ ਉਹ ਕਰ ਲਵਾਂ ਨਾ, ਇਹ ਨਹੀਂ। ਜੇ ਬਚ ਗਏ ਪਰਮਾਤਮਾ ਦੇ ਹੱਥ ਤਾਂ ਦੋਏ ਬਚੂਗੇ ਤੇ ਨਹੀਂ। ਪਰ ਕਿਸੇ ਨੇ ਪੱਕੀ ਸੂਹ ਦਿੱਤੀ ਵੀ ਹੈ ਕੁਛ ਹੈ ਨਹੀਂ ਤਾਂ ਕੋਲ ਇਹਨਾਂ ਦੇ। ਮਤਲਬ ਅਸੀਂ ਤਾਂ ਹੁਣ ਅਖਬਾਰਾਂ ਦੇ ਥਰੂ ਹੈ ਹੋਰ ਉਹਦੇ ਥਰੂ ਹੈ ਜਾਣਕਾਰੀਆਂ ਮਿਲਦੀਆਂ ਸਾਨੂੰ। ਲੰਬਾ ਸਮਾਂ ਹੋ ਗਿਆ ਔਰ ਹੁਣ ਦੇ ਜੇ ਆਪਾਂ ਹਾਲਾਤਾਂ ਦੀ ਗੱਲ ਕਰੀਏ ਔਰ ਤੁਹਾਡੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਕਿੰਨਾ ਤਸ਼ੱਦਦ ਕਿੰਨਾ ਦੁੱਖ ਤੁਹਾਨੂੰ ਵੀ ਸਹਿਣਾ ਪਿਆ, ਕਿਵੇਂ ਥਾਵਾਂ ਬਦਲ ਕੇ ਵੀ ਤੁਹਾਨੂੰ ਜ਼ਿੰਦਗੀ ਬਤੀਤ ਕਰਨੀ ਪਈ। ਹਾਂਜੀ ਉਹ ਤਾਂ ਹੈ ਹੀ ਜੀ, ਫਿਰ ਘਰ-ਬਾਰ ਤਾਂ ਫਿਰ ਛੱਡਣੇ ਪੈਂਦੇ ਆ ਭੈਣ ਭਰਾਵਾਂ ਨੂੰ ਵੀ। ਫਿਰ ਕਹਿੰਦੇ ਹੁੰਦੇ ਜੇ ਜਾਂ ਫਿਰ ਜੇ ਘਰ ਵਿੱਚ ਰਹਿੰਦੇ ਤਾਂ ਫਿਰ ਉੱਦਾਂ ਹੀ ਮਤਲਬ ਪਹਿਲਾਂ ਫੜ ਲਏ ਜਾਣਾ, ਫਿਰ ਪਤਾ ਨਹੀਂ ਤਾਂ ਲੱਗਦਾ ਵੀ ਕਿੱਥੇ ਆ ਕਿੱਥੇ ਨਹੀਂ। ਫਿਰ ਦੇਖੋ ਜੀ ਜਦੋਂ ਸਹੁਰੇ ਘਰ ਹੁੰਦੇ ਆ ਫਿਰ ਸਹੁਰੇ ਘਰ ਕਿਆ ਹੋਰ ਕਿਆ ਲੋਕੀ ਫਿਰ ਉੱਦਾਂ ਹੀ ਮੂੰਹ ਮੋੜ ਲੈਂਦੇ ਆ ਇਹੋ ਜਿਹੇ ਹਾਲਾਤਾਂ ਵਿੱਚ। ਕੋਈ ਆਪਣਾ ਨਹੀਂ ਬਣਦਾ ਹੈਗਾ ਉਸ ਟਾਈਮ। ਫਿਰ ਤਾਂ ਹੀ ਬਸ ਪਰਮਾਤਮਾ ਦੇ ਸਹਾਰੇ ਹੀ ਰਹਿ ਕੇ ਜ਼ਿੰਦਗੀ ਕੱਟਣੀ ਪੈਂਦੀ ਆ। ਸਾਰਾ ਕਿਵੇਂ ਕੀਤਾ, ਕਿਵੇਂ ਘਰ ਪਾਲਿਆ, ਕਿਵੇਂ ਢਿੱਡ ਭਰਿਆ, ਕਿਵੇਂ ਬੱਚਿਆਂ ਦੀ ਜ਼ਿੰਦਗੀ। ਕੰਮ ਹੋਇਆ ਕਰ ਲਿਆ ਬਸ, ਉਹ ਕਰ ਲਿਆ। ਫਿਰ ਜਿੱਥੇ ਨਹੀਂ ਹੋਇਆ ਉੱਥੇ ਵਿਕ ਵੀ ਜਾਂਦਾ ਸਾਜੋ ਸਮਾਨ। ਹੁਣ ਵੀ ਘਰ ਵੀ ਵਿਕਿਆ, ਗਹਿਣੇ ਵੀ ਵਿਕੇ। ਹਾਂਜੀ ਸਭ ਕੁਛ ਵਿਕ ਗਿਆ ਜੀ। ਵਰਕਸ਼ਾਪ ਸੀ ਸਾਡੀ ਆਪਣੀ, ਉਹ ਵੀ ਵਿਕ ਗਈ ਤੀ। ਉਹ ਵਿਕ ਅਸੀਂ ਮਤਲਬ ਕਿਸੇ ਹੋਰ ਨੂੰ ਦੇ ਕੇ ਚਲੇ ਗਏ ਵੀ ਚੱਲ ਤੂੰ ਉਹ ਕਰ। ਉਹਨੇ ਫਿਰ ਤੇ ਵੀ ਅਸਰ ਪੈਂਦਾ ਸੀ, ਕੰਮ ਨਹੀਂ ਹੁੰਦਾ ਸੀਗਾ ਵਰਕਸ਼ਾਪ ਦਾ ਜੀ। ਕੰਮ ਤੇ ਪੈਂਦਾ ਸੀ, ਕੰਮ ਤਾਂ ਗਾਹਕੇ ਤਾਂ ਆਉਣਾ ਜੇ ਆਪਾਂ ਖੁਦ ਮਾਲਕ ਹੋਊਗਾ ਜੀ। ਨੌਕਰਾਂ ਦੇ ਸਿਰ 'ਤੇ ਤਾਂ ਕੋਈ ਕੰਮ ਨਹੀਂ ਦਿੰਦਾ ਹੈਗਾ ਜੀ। ਖੁਦ ਮਾਲਕ ਜੇ ਬੈਠਾ ਹੋਊਗਾ ਤਾਂ ਦੁਕਾਨ 'ਤੇ ਤਾਂ ਫਿਰ ਕੰਮ ਕਾਰ ਹੁੰਦਾ।
ਵਰਕਸ਼ਾਪ ਸੀ ਸਾਡੇ ਆਪਣੇ ਵਿਕ ਗਈ ਜੀ ਫਿਰ ਉਹ ਇਸ ਤਰ੍ਹਾਂ ਕਰਜ਼ਾ ਮਤਲਬ ਜਿਹਨੂੰ ਅਸੀਂ ਦੇ ਕੇ ਗਏ ਤੇ ਵੀ ਚੱਲ ਤੂੰ ਸਾਂਭ ਲਾ ਵੀ ਚੱਲ ਕਿਰਾਇਆ ਉਹ ਦੇਈ ਜਾਈ। ਉਹਨੇ ਫਿਰ ਨਾ ਕਿਰਾਇਆ ਦਿੱਤਾ ਨਾ ਬਿਜਲੀ ਦਾ ਬਿੱਲ ਦਿੱਤਾ। ਉਹ ਕਹਿੰਦਾ ਮੈਂ ਕਿੱਥੇ ਤੇ ਦੇਵਾਂ, ਮੈਨੂੰ ਵੀ ਕਹਿੰਦੇ ਫਿਰ ਪੁੱਛਦੇ ਤੇ ਆ ਕੇ ਵੀ ਕਿੱਥੇ ਆ ਤੂੰ ਦੱਸ ਵੀ ਤੇਰੇ ਕੋਲ ਕਿਰਾਇਆ ਲੈਣ ਆਉਂਦੇ ਹੋਣੇ ਆ। ਫਿਰ ਇਸ ਤਰ੍ਹਾਂ ਹੀ ਬੰਦ ਰਹੀ ਪਈ ਰਹੀ, ਫਿਰ ਇਸ ਤਰ੍ਹਾਂ ਹੀ ਬਸ ਸਾਰਾ ਹੀ ਫਿਰ ਹੌਲੀ ਹੌਲੀ ਉਹ ਹੋ ਗਿਆ, ਠੱਪ ਹੋ ਗਿਆ ਕੰਮ ਕਾਰ। ਫਿਰ ਦੁਬਾਰਾ ਆ ਕੇ ਚਲਾਇਆ ਵੀ ਆ ਬਲਵਿੰਦਰ, ਤੇ ਬਾਅਦ ਫਿਰ ਚੱਲਿਆ ਹੀ ਨਹੀਂ ਹੈਗਾ। ਪਤੀ ਨੂੰ ਵੀ ਇੰਟਰੋਗੇਟ ਕਰਦੇ ਸੀ, ਉਹਨਾਂ ਨੂੰ ਵੀ ਲੈ ਜਾਂਦੇ ਸੀ? ਜੀ ਹਾਂਜੀ ਲੈ ਜਾਂਦੇ ਸੀ, ਜਿਸ ਤਰ੍ਹਾਂ ਬੈਠੇ ਹੁਣ ਵਰਕਸ਼ਾਪ ਵਿੱਚ, ਹੁਣ ਵਰਕਸ਼ਾਪ ਵਿੱਚ ਹੀ ਲੈ ਜਾਂਦੇ ਤੇ ਜਦੋਂ ਪਤਾ ਲੱਗਦਾ ਤਾਂ ਵੀ ਹੈ ਨਹੀਂ ਉਰੇ ਉਹਨਾਂ ਨੂੰ ਲੈ ਗਏ ਆ। ਲਾਗ ਪਾਦੇ ਜਦੋਂ ਦੱਸ ਦਿੰਦੇ ਤੇ ਵੀ ਉਹ ਤਾਂ ਲੈ ਗਏ ਉਹਨਾਂ ਨੂੰ। ਅੱਛਾ, ਕੀ ਕਹਿਣਾ ਚਾਹੋਗੇ ਨੌਜਵਾਨ ਜੋ ਇਸ ਵੇਲੇ ਗੀਤਾਂ ਦੇ ਰਾਹੀਂ ਭਾਈ ਬਲਵਿੰਦਰ ਸਿੰਘ ਜਟਾਣਾ ਨੂੰ ਸੁਣ ਰਹੇ ਨੇ, ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ? ਕੀ ਸੁਨੇਹਾ ਤੁਸੀਂ ਨੌਜਵਾਨਾਂ ਨੂੰ ਔਰ ਲੋਕਾਂ ਨੂੰ ਦੇਣਾ ਚਾਹੁੰਦੇ ਹੋ? ਹੁਣ ਤਾਂ ਜੀ ਦੇਖੋ ਸੱਚ ਬੋਲਣ ਨੂੰ ਤਾਂ ਕਹਿੰਦੇ ਹੁੰਦੇ ਫਾਂਸੀ ਆ ਜੀ, ਸੱਚ ਨੂੰ ਤਾਂ ਹੁਣ ਸੱਚ ਬੋਲ ਕੇ ਅਸੀਂ ਵੀ ਕਹਿੰਦੇ ਹੁੰਦੇ ਜਾਣਦੇ ਤਾਂ ਸਭੇ ਆ ਬਈ ਉਹਦੇ ਵਿੱਚ ਕਿਆ ਗੁਣ ਤੇ ਸਾਡੇ ਵਿੱਚ ਵੀ ਇਹ ਗੁਣ ਹੋਣੇ ਚਾਹੀਦੇ ਆ। ਸਭ ਨੂੰ ਹੁੰਦਾ ਤਾਂ ਹੈ, ਪਰ ਹੁਣ ਸੱਚ ਦੇ ਨਾਲ ਖੜਦਾ ਕੌਣ, ਖੜੇ ਕੌਣ ਜੀ, ਇਹੀ ਤਾਂ ਹੈ। ਤੁਸੀਂ ਗੀਤ ਸੁਣਿਆ, ਕੀ ਤੁਹਾਡੇ ਕੀ ਚੀਜ਼ਾਂ ਸਭ ਤੋਂ ਪਹਿਲਾਂ ਦਿਮਾਗ 'ਚ ਕੀ ਚੀਜ਼ ਆਈ? ਸਭ ਉਹੀ ਹੈ ਬਸ ਹੋ ਗਿਆ ਜੀ। ਤੇ ਅੱਜ ਫੇਸਬੁੱਕ ਖੋਲ੍ਹ ਕੇ ਦੇਖੀ ਵੀ ਹੈ, 2-3 ਦਿਨ ਮੈਂ ਉੱਦਾਂ ਹੀ ਵੈਸੇ ਚਲਾਈ ਨਹੀਂ ਹੈਗੀ, ਮੈਂ 2-3 ਦਿਨ ਬਾਅਦ ਦੇਖੀ ਬਲਵਿੰਦਰ ਹੋਈ ਪਈ, ਮੇਰਾ ਮਨ ਭਰ ਆਇਆ 1 ਲੱਖ। ਵੀ ਜਿਹੜੇ ਕਹਿੰਦੇ ਤੇ ਵੀ ਨੌ ਨਹੀਂ ਰਹਿਣਾ, ਇਹ ਨਹੀਂ ਹੋਣਾ। ਵੀ ਅੱਜ ਤਾਂ ਬਈ ਜਿਹੜੇ ਕਿਸੇ ਨੂੰ ਨਹੀਂ ਵੀ ਪਤਾ, ਉਹ ਬੱਚਿਆਂ ਦੇ ਵੀ ਜਵਾਨ ਤੇ ਆ ਗਏ ਜੀ ਵੀ ਬਲਵਿੰਦਰ। ਹਰ ਕੋਈ ਜਾਣਨ ਦੀ ਕੋਸ਼ਿਸ਼ ਕਰ ਰਿਹਾ ਵੀ ਕੌਣ ਬਲਵਿੰਦਰ। ਗਾਇਕ ਸਿੱਧੂ ਮੂਸੇਵਾਲਾ ਦਾ ਵੀ ਕਤਲ ਹੋਇਆ, ਉਹਦੇ ਵੱਲੋਂ ਵੀ ਸਿਸਟਮ ਦੇ ਉੱਤੇ ਆਵਾਜ਼ ਚੁੱਕੀ ਜਾਂਦੀ ਸੀ, ਉਹਦੇ ਵੱਲੋਂ ਵੀ ਸਿਸਟਮ ਦੀ ਗੱਲ ਕੀਤੀ ਜਾਂਦੀ ਸੀ। ਉਹਨੇ ਆਪਣੇ ਗੀਤ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਕੀਤਾ ਜੀ, ਇਸੇ ਜ਼ਿਕਰ ਕਰਕੇ ਹੀ ਹੋ ਗਿਆ ਹੋਵੇ, ਕਿਉਂਕਿ ਦੁਨੀਆ ਕਹਿੰਦੇ ਹੁੰਦੇ ਸੱਚ ਨੂੰ ਕੋਈ ਅੱਗੇ ਨਹੀਂ ਆਉਣ ਦਿੰਦਾ ਹੈਗਾ ਜੀ। ਬਸ ਕਿਆ ਕਹੀ ਜਾ ਸਕਦੇ ਆ ਹੁਣ ਸਰਕਾਰਾਂ ਦੇ ਕੰਮਾਂ ਦਾ। ਸਾਡੇ ਤਾਂ ਹੁਣ ਅਸੀਂ ਆਮ ਬੰਦਿਆਂ ਦੀ ਕਿਆ ਜ਼ਿੰਦਗੀ ਆ ਜੀ। ਆਪਾਂ ਹੁਣ ਜੋ ਉਹਨਾਂ ਵਿੱਚ ਜੋਸ਼ ਤਾਂ ਸਾਡੇ ਵਿੱਚ ਹੁਣ ਕਿਤੇ, ਹੁਣ ਉਮਰ ਦੇ ਲਿਹਾਜ਼ ਨਾਲ ਹੁਣ ਸਾਡੇ ਵਰਗੇ ਵੀ ਉਹ ਹੁੰਦੇ ਜਾਂਦੇ ਆ ਜੀ। ਸੁਪਨਾ ਕੀ ਸੋਚਿਆ ਸੀ ਬਲਵਿੰਦਰ ਦਾ? ਜੇ ਬਲਵਿੰਦਰ ਹੋਣੀ, ਭਾਈ ਸਾਹਿਬ ਹੋਣੀ ਇਸ ਲਹਿਰ ਦੇ ਵਿੱਚ ਨਾ ਜੁੜਦੇ ਤਾਂ ਕੀ ਲੱਗਦਾ ਸੀ, ਕਿਹੜੇ ਕਰੀਅਰ ਨੂੰ ਉਹ ਆਪਟ ਕਰ ਸਕਦੇ ਸੀ, ਕਿਹੜੇ? ਅੱਜ ਵੀ ਮਨ ਵਿੱਚ ਆਉਂਦਾ ਹੈ ਜੀ, ਜਦੋਂ ਵੀ ਨਾ ਜੁੜਿਆ ਹੁੰਦਾ ਵੀ ਸਾਡਾ ਪਿਓਕੇ ਆਉਣਾ ਜਾਣਾ ਬਣਿਆ ਰਹਿੰਦਾ। ਅਸੀਂ ਕਦੇ ਜਾਂਦੇ ਘਰ ਵਿੱਚ, ਕਦੇ ਰਹਿੰਦੇ, ਕਦੇ ਹੋਰ ਹੁੰਦੇ। ਦੂਸਰੇ ਕੌਣ ਕਰਦਾ ਜੀ, ਕੋਈ ਵੀ ਨਹੀਂ ਜੀ ਕਰਦਾ ਅੱਜ ਉਸ ਜਟਾਣੇ ਪਿੰਡ 'ਚ ਜਾਣ ਦਾ ਦਿਲ ਤਾਂ ਕਰੇ ਆਉਂਦਾ ਹੈ ਜੀ। ਇਹ ਤਾਂ ਮੋਹ ਮਾਇਆ ਹੈ ਜੀ, ਜਿੱਥੇ ਆਪਾਂ ਪਲੇ ਆ ਕਰੇ। ਜਿਹੜੀ ਇੱਕ ਪਿੰਡ ਦੀ ਕਹਿੰਦੇ ਹੁੰਦੀ ਆ, ਆਪਣੇ ਪੇਕੇ ਘਰ ਦੀ ਮੋਹ ਮਾਇਆ ਹੁੰਦੀ ਆ ਨਾ, ਉਹ ਬੰਦੇ ਨੂੰ ਆਖਰੀ ਟਾਈਮ ਤੱਕ ਖਿੱਚ ਪਾਉਂਦੀ ਆ, ਖਿੱਚਦੀ ਆ ਜੀ। ਅੱਜ ਵੀ ਬਹੁਤ ਵਾਰ ਦਿਲ ਕਰਦਾ ਵੀ ਜਾਈਏ, ਕੌਣ ਹੈ ਕੌਣ ਨਹੀਂ ਹੈ ਪਤਾ ਕਰੀਏ, ਪਰ ਹੁਣ ਤਾਂ ਬਹੁਤ ਸਾਰੇ ਮਤਲਬ ਨਵੀਂ ਪੀੜ੍ਹੀ ਆ ਜਿਹੜੀ, ਉਹ ਤਾਂ ਜਾਣਦੀ ਵੀ ਨਹੀਂ ਹੋਣੀ ਮੈਨੂੰ ਵੀ ਕੌਣ ਆ ਕੌਣ ਨਹੀਂ। ਜਿਹੜੇ ਪੁਰਾਣੇ ਆ ਉਹੀ ਜਾਣਦੇ ਆ ਜੀ। ਤਾਂ ਭੈਣ ਜੀ ਉਹਨਾਂ ਨਾਲ ਗੱਲਬਾਤ ਕੀਤੀ, ਭਾਈ ਬਲਵਿੰਦਰ ਸਿੰਘ ਜਟਾਣਾ ਉਹਨਾਂ ਦੇ ਭੈਣ ਜੀ ਨੇ ਸੁਰਿੰਦਰ ਕੌਰ ਹੋਣੀ ਜ਼ਿੰਦਗੀ ਆਪਣੀ ਹੁਣ ਪਿੰਡ ਦੇ ਵਿੱਚ ਅਲੱਗ ਥਾਂ ਦੇ ਉੱਤੇ ਬਤੀਤ ਕਰ ਰਹੇ ਨੇ।
ਜੋ ਦੁੱਖ ਇਹਨਾਂ ਨੇ ਹੰਢਾਇਆ, ਜੋ ਹੱਡ ਬੀਤੀ ਇਹਨਾਂ ਨੇ ਸੁਣਾਈ ਹੈ, ਉਹ ਸੁਣ ਕੇ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ ਜਿਸ ਦੀ ਅੱਖਾਂ ਦੇ ਵਿੱਚ ਹੰਝੂ ਨਹੀਂ ਹੋਣਗੇ। ਤਾਂ ਭਾਈ ਬਲਵਿੰਦਰ ਸਿੰਘ ਜਟਾਣਾ, ਜਿਨ੍ਹਾਂ ਦਾ ਨਾਮ ਸਿੱਧੂ ਮੂਸੇਵਾਲਾ ਦੇ ਗੀਤਾਂ ਦੇ ਵਿੱਚ ਆਉਣ ਤੋਂ ਬਾਅਦ ਚਰਚਾ ਦੇ ਵਿੱਚ ਆਇਆ, ਤਾਂ ਉਹਨਾਂ ਦੀ ਜ਼ਿੰਦਗੀ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਸੀ। ਕੈਮਰਾ ਪਰਸਨ ਦਵਿੰਦਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ।